ਜਿਹੜੇ ਇਲਜ਼ਾਮ ਅੱਜ ਸਤਿਕਾਰ ਕਮੇਟੀ ਤੇ ਲੱਗ ਰਿਹਾ ਉਹ ਸਜ਼ਾ ਉਹ ਭੁਗਤ ਕੇ ਆਉਂਦਾ ਸੀ ਸਿੱਖ। ਅਫਸੋਸ ਕਿ ਸਾਡੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਹੈਗੇ ਆ, ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਹੈਗੇ ਆ, ਉਹਨਾਂ ਨੇ ਸ਼ਿਕਾਇਤਕਰਤਾ ਨੂੰ ਸੁਣ ਕੇ ਇੱਕ ਤਰਫਾ ਕਹਿ ਦਿੱਤਾ ਕਿ ਅੱਜ ਤੋਂ ਸਤਿਕਾਰ ਕਮੇਟੀਆਂ ਦੀ ਜਿਹੜੀ ਨਿਯੁਕਤੀ ਆ, ਮਾਨਤਾ ਆ, ਰੱਦ ਕੀਤੀ ਜਾਂਦੀ ਆ। ਪਰ ਉਹਨਾਂ ਨੇ ਇੰਨਾ ਨਹੀਂ ਸੋਚਿਆ ਵੀ ਜਿਹਦੀ ਨਿਯੁਕਤੀ ਨਾ ਹੋਵੇ ਉਹਨੂੰ ਰੱਦ ਕਿੱਦਾਂ ਕਰ ਦਿਆਂਗੇ। ਕੈਬਨਿਟ ਮੰਤਰੀ ਜੀਤ ਸਿੰਘ ਕੁਹਾੜ ਜੀ, ਉਹਦਾ ਤਹਈਆ ਕੀਤਾ ਹੋਇਆ ਸੀਗਾ ਕਿ ਮੈਂ ਬੇਦਬੀਆਂ ਕਰਾਉਣੀਆਂ ਹੀ ਕਰਾਉਣੀਆਂ। ਮਸੀਤ ਕਿਤੇ ਵੀ ਸਤਿਕਾਰ ਕਮੇਟੀ ਨੇ ਨਹੀਂ ਢਾਈ, ਨਾ ਢਾਊਗਾ। ਫਿਰ ਵੀ ਢਾਇਆ ਉਹਨਾਂ ਦਾ ਆ ਜਿਨ੍ਹਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਸਾਡਾ ਇਹ ਢਾਓ ਜੀ। ਸਾਡੀ ਵੀਰੋ ਨਾ ਨਿੱਜੀ ਲੜਾਈ ਕਿਸੇ ਨਾਲ ਅੱਜ ਸੀ ਨਾ ਕੱਲ੍ਹ ਆ। ਸਾਡਾ ਪਖੰਡੀ ਨਾਲ ਵੀ ਕੋਈ ਵੈਰ ਨਹੀਂ ਗਾ, ਉਹਦੇ ਪਖੰਡ ਦਾ ਵਿਰੋਧ ਜ਼ਰੂਰ ਆ। ਗੁਰੂ ਦੇ ਅਦਬ ਸਤਿਕਾਰ ਵਾਸਤੇ ਅੱਜ ਵੀ ਕਾਇਮ ਆ ਤੇ ਕੱਲ੍ਹ ਵੀ ਕਾਇਮ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਤੋਂ ਬਾਅਦ ਬਹੁਤ ਸੰਵੇਦਨਸ਼ੀਲ ਮੁੱਦਾ ਹੋ ਗਿਆ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ। ਅਤੇ ਜਦੋਂ ਰਹਿਤ ਮਰਿਆਦਾ ਦੀ ਗੱਲ ਚੱਲੇਗੀ ਤਾਂ ਇਸ ਰਹਿਤ ਮਰਿਆਦਾ ਦੇ ਵਿੱਚ ਕੁਝ ਘਟਨਾਵਾਂ ਅਤੇ ਕੁਝ ਨਾਮ ਅਤੇ ਸੰਸਥਾਵਾਂ ਇਹੋ ਜਿਹੀਆਂ ਤੁਹਾਡੇ ਸਾਹਮਣੇ ਆਉਣਗੀਆਂ ਜਿਨ੍ਹਾਂ ਨੂੰ ਲੈ ਕੇ ਕਿੰਤੂ ਪਰੰਤੂ ਵੀ ਉੱਠਦੇ ਰਹੇ ਅਤੇ ਜਿਹੜੀਆਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਅਸੀਂ ਰਹਿਤ ਮਰਿਆਦਾ ਨੂੰ ਕਾਇਮ ਰੱਖਣ ਲਈ, ਸਿੱਖੀ ਸਿਧਾਂਤਾਂ ਨੂੰ ਕਾਇਮ ਕਰਨ ਲਈ ਸੰਘਰਸ਼ ਕਰ ਰਹੀਆਂ, ਜਿਨ੍ਹਾਂ ਦੇ ਵਿੱਚ ਇੱਕ ਜ਼ਿਕਰ ਕੀਤਾ ਜਾ ਸਕਦਾ ਸਤਿਕਾਰ ਕਮੇਟੀ ਦਾ। ਬਹੁਤ ਸਾਰੇ ਵਿਵਾਦ ਇਸ ਵੇਲੇ ਉੱਠਦੇ ਪਏ ਆ। ਪਾਵਨ ਸਰੂਪ ਜਿਹੜੇ ਆ ਕਈ ਘਰਾਂ ਦੇ ਵਿੱਚ ਨਿੱਜੀ ਤੌਰ 'ਤੇ ਰੱਖੇ ਆ, ਉੱਥੇ ਮਰਿਆਦਾ ਦੀ ਪਾਲਣਾ ਕੀਤੀ ਜਾਂਦੀ ਹੈ, ਨਹੀਂ ਕੀਤੀ ਜਾਂਦੀ। ਇਸ ਸਭ ਨੂੰ ਲੈ ਕੇ ਬਹੁਤ ਸਾਰੇ ਸਰੂਪ ਸਤਿਕਾਰ ਕਮੇਟੀ ਵੱਲੋਂ ਚੁੱਕੇ ਗਏ। ਇੱਕ ਸਰੂਪ ਬਹੁਤ ਪੁਰਾਤਨ ਜਿਹੜਾ ਮੰਨਿਆ ਗਿਆ 1947 'ਚ ਪਾਕਿਸਤਾਨ ਤੋਂ ਲੈ ਕੇ ਆਂਦਾ ਗਿਆ ਸੀ, ਉਸ ਮੁੱਦੇ ਨੇ ਖਾਸ ਤੌਰ 'ਤੇ ਸੁਰਖੀਆਂ ਦੇ ਵਿੱਚ ਦੁਬਾਰਾ ਫਿਰ ਤੋਂ ਸਤਿਕਾਰ ਕਮੇਟੀ ਨੂੰ ਲੈ ਕੇ ਆਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਤਿਕਾਰ ਕਮੇਟੀ ਦੀ ਜ਼ਰੂਰਤ ਕਿਉਂ ਪਈ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਧਰਮ ਪ੍ਰਚਾਰ ਦਾ ਵੀ ਜ਼ਿੰਮਾ ਹੈ, ਪ੍ਰਚਾਰ ਪ੍ਰਸਾਰ ਦਾ ਵੀ ਜ਼ਿੰਮਾ ਹੈ, ਨਾਲ ਦੀ ਨਾਲ ਜਿੱਥੇ ਮਨਮਤੀਆਂ ਹੁੰਦੀਆਂ ਆ ਉਹਨਾਂ ਨੂੰ ਰੋਕਣ ਦਾ ਵੀ ਅਖਤਿਆਰ ਹੈ। ਕਿਉਂ ਸਤਿਕਾਰ ਕਮੇਟੀ ਬਣੀ ਅਤੇ ਕਿਉਂ ਇਹਦੇ ਨਾਲ ਇਹ ਵਿਵਾਦ ਜੁੜੇ, ਇਹ ਸਾਰੀਆਂ ਗੱਲਾਂ ਜਾਣਨ ਦੇ ਲਈ, ਇਹਨਾਂ 'ਤੇ ਚਰਚਾ ਕਰਨ ਲਈ ਇਸ ਵੇਲੇ ਸਤਿਕਾਰ ਕਮੇਟੀ ਤੋਂ ਸਾਡੇ ਨਾਲ ਮੌਜੂਦ ਨੇ ਸੁਖਜੀਤ ਸਿੰਘ ਖੋਸਾ ਜੀ। ਖੋਸਾ ਸਾਹਿਬ, ਸਭ ਤੋਂ ਪਹਿਲਾਂ ਤਾਂ TV ਪੰਜਾਬ 'ਤੇ ਤੁਹਾਨੂੰ ਜੀ ਆਇਆਂ ਕਹਿੰਦੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਸਾ ਸਾਹਿਬ, ਪਹਿਲਾਂ ਤਾਂ ਉਹੀ ਸਵਾਲ ਕਿ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ, ਉਹਨੂੰ ਜ਼ਿੰਮੇਵਾਰੀ ਦਿੱਤੀ ਹੈ, ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ ਜਿਹਦੇ ਅੱਗੇ ਅਸੀਂ ਨਤਮਸਤਕ ਹੁੰਦੇ, ਸਿੱਖ ਕੌਮ ਉਹਨੂੰ ਸੁਪਰੀਮ ਕੋਰਟ ਮੰਨਦੀ ਹੈ ਆਪਣੀ, ਅਤੇ ਫਿਰ ਸਤਿਕਾਰ ਕਮੇਟੀ ਨੂੰ ਹੋਂਦ 'ਚ ਆਉਣ ਦੀ ਜ਼ਰੂਰਤ ਹੀ ਕਿਉਂ ਪਈ? ਕਿਤੇ ਕੋਈ ਕਮੇਟੀ ਵੱਲੋਂ ਕਮੀ ਆ ਰਹੀ ਸੀ ਜਿਹਦਾ ਕਰਕੇ ਸਤਿਕਾਰ ਕਮੇਟੀ ਆਈ, ਜਾਂ ਕਾਰਨ ਕੁਝ ਹੋਰ ਸੀਗੇ? ਦੇਖੋ ਜੀ, ਗੁਰੂ ਨਾਨਕ ਸਾਹਿਬ ਦਾ ਨਿਰਮਲ ਅਤੇ ਨਿਆਰਾ ਪੰਥ ਵਾ। ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਦੀ ਕਿਉਂ ਲੋੜ ਪਈ, ਸ਼੍ਰੋਮਣੀ ਕਮੇਟੀ ਦੀ ਹੋਂਦ ਦੀ ਲੋੜ ਕਿਉਂ ਪਈ, ਇਹ ਜਦੋਂ ਆਪਾਂ ਇਹ 'ਤੇ ਝਾਤ ਮਾਰ ਲਾਂਗੇ ਤਾਂ ਅਗਲਾ ਸਵਾਲ ਜਿਹੜਾ ਤੁਹਾਡਾ ਆਪਣੇ ਆਪ ਕਲੀਅਰ ਹੋ ਜਾਣਾ। ਗੁਰੂ ਕਾਲ ਤੋਂ ਮਗਰੋਂ ਜਿਹੜਾ ਪ੍ਰਬੰਧ ਵਾ ਉਹ ਮਹੰਤਾਂ ਦੇ ਹੱਥ 'ਚ ਚਲੇ ਗਿਆ ਜੀ, ਮਸੰਦ ਥਾਪੇ ਗਏ। ਗੁਰੂ ਕਾਲ ਵੇਲੇ ਮਸੰਦ ਥਾਪੇ ਗਏ ਧਰਮ ਪ੍ਰਚਾਰ ਲਈ। ਮਸੰਦਾਂ ਦੇ ਜਦੋਂ ਮਸੰਦ ਸ਼ਬਦ ਬਹੁਤ ਪਵਿੱਤਰ ਸ਼ਬਦ ਆ ਜੀ, ਜਦੋਂ ਮਸੰਦਾਂ ਦੇ ਜੀਵਨ ਵਿੱਚ ਘਾਟ ਆਈ ਅਤੇ ਗੁਰੂ ਸਾਹਿਬ ਨੇ ਤੇਲ ਦੇ ਕੜਾਹੇ ਵਿੱਚ ਸਾਖੀ ਸੁਣਦੇ ਆਪਾਂ, ਉਹਨਾਂ ਨੂੰ ਆਪਣੇ ਥਾਪਿਆਂ ਹੋਇਆਂ ਨੂੰ ਆਪ ਹੀ ਸੋਧਿਆ ਜੀ ਕਿ ਉਹਨਾਂ ਦੇ ਗਿਰਾਵਟ ਆ ਗਈ। ਫਿਰ ਪ੍ਰਬੰਧ ਚੱਲ ਜਾਂਦਾ ਹੈ ਮਹੰਤਾਂ ਦੇ ਕਬਜ਼ੇ ਵਿੱਚ। ਨਰੈਣੂ ਮਹੰਤਾਂ ਦੀਆਂ ਆਪ ਹੁਦਰੀਆਂ, ਉੱਥੇ ਬਲਾਤਕਾਰ ਵਰਗੀਆਂ ਘਟਨਾਵਾਂ, ਦੂਜਾ ਤੀਜਾ ਸਾਰਾ ਕੁਝ ਹੋਣ ਤੋਂ ਜਦੋਂ ਹੋ ਰਿਹਾ ਸੀਗਾ ਅਤੇ ਸਿੱਖਾਂ ਨੇ ਆਪ ਜਾ ਕੇ ਸ਼ਹਾਦਤਾਂ ਦੇ ਕੇ ਉਹਦੇ ਕੋਲੋਂ ਪ੍ਰਬੰਧ ਖੋਇਆ ਜੀ। ਉੱਥੋਂ ਜਨਮ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ।
ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੁੰਦੇ ਆ, ਪਹਿਲੇ ਆਦੇਸ਼ ਜਾਰੀ ਹੁੰਦੇ ਸੀ ਅਤੇ ਲਗਭਗ ਉਹਨਾਂ ਦੇ ਵਿੱਚ 1932 ਜਾਂ ਇਹਦੇ ਆਸ-ਪਾਸ ਮੈਂ ਸੁਣਿਆ ਜਾਂ ਦੇਖਿਆ ਕਿ ਇਹ ਆਦੇਸ਼ ਜਿਹੜਾ ਆ ਤਖਤ ਵੱਲੋਂ ਆਦੇਸ਼ ਹੋ ਗਿਆ ਅਤੇ ਇਹਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਜਾਂ ਤਖਤਾਂ ਦੀ। ਪਰ ਜਿਹੜੀ ਹੁਣ ਗੱਲ ਆ ਸਤਿਕਾਰ ਕਮੇਟੀ ਦੀ, ਇਹ ਅਕਾਲ ਤਖਤ ਸਾਹਿਬ ਤੋਂ ਇੱਕ 2001 ਵਿੱਚ ਆਦੇਸ਼ ਜਾਰੀ ਹੁੰਦਾ ਆ ਜੀ ਕਿ ਅਨਮਤੀ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਜਿਹਦੇ ਵਿੱਚ ਸਪਸ਼ਟ ਆ ਖਾਨਗਾਹਾਂ, ਮੂਰਤੀਆਂ, ਸ਼ਮਸ਼ਾਨ ਭੂਮੀ, ਮੜੀਆਂ, ਕਬਰਾਂ, ਜਿੱਥੇ ਕੋਈ ਹੋਰ ਪੂਜਾ ਹੁੰਦੀ ਹੋਵੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਇਆ ਨਹੀਂ ਜਾ ਸਕਦਾ ਜੀ। ਅਤੇ ਨਾਲ ਹੀ ਸਿੰਘ ਸਾਹਿਬ ਨੇ, ਮੈਂ ਤੁਹਾਡੀ ਕੈਮਰੇ ਦੀ ਅੱਖ 'ਚ ਦਿਖਾਉਣਾ ਚਾਹੁੰਦਾ, ਨਾਲ ਹੀ ਸਿੰਘ ਸਾਹਿਬ ਨੇ ਹੁਕਮਨਾਮੇ ਦੇ ਵਿੱਚ ਕਹਿ ਦਿੱਤਾ, ਪੰਜ ਸਿੰਘ ਸਾਹਿਬਾਂ ਨੇ, ਕਿ ਇਹ ਗੁਰਮਤਿ ਤੋਂ ਉਲਟ ਹੋ ਰਹੀਆਂ ਧਿੰਗਾਜੋਰੀ ਕਾਰਵਾਈਆਂ ਨੂੰ ਰੋਕਣ ਵਾਸਤੇ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ ਜੀ। ਹੁਣ ਸਿੱਖ ਸੰਗਤ ਦਾ ਪਾਠ ਤੇ ਅਸੀਂ ਸਾਰੇ ਹੀ ਹਾਂ ਨਾ ਜੀ। ਫਿਰ ਜਦੋਂ ਜੇ ਤਾਂ ਇਹ ਕਿਹਾ ਹੁੰਦਾ ਵੀ ਸ਼੍ਰੋਮਣੀ ਕਮੇਟੀ ਰੋਕੇ ਜਾਂ ਜਾਂ ਤਾਂ ਅਕਾਲ ਤਖਤ ਸਾਹਿਬ ਤੋਂ ਟਾਸਕ ਫੋਰਸ ਬਣਾਈ ਜਾਂਦੀ ਜਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਇਕੱਲਾ ਆਦੇਸ਼ ਹੁੰਦਾ। ਜਦੋਂ ਸਿੱਖ ਸੰਗਤ ਨੂੰ ਆਦੇਸ਼ ਹੈ, ਹੁਕਮਨਾਮਾ ਜਾਰੀ ਹੋ ਗਿਆ, ਅਤੇ ਜਿਹੜੀਆਂ ਨਿਰੰਤਰ ਬੇਅਦਬੀਆਂ ਹੁੰਦੀਆਂ ਸੀ, ਗੁਰੂ ਸਾਹਿਬ ਨੂੰ ਪੀੜਾ ਸਾਹਿਬ 'ਤੇ ਸੁਭਾਇਮਾਨ ਕਰਨਾ ਅਤੇ ਮੜੀਆਂ ਵਿੱਚ ਲੈ ਜਾਣਾ ਜਿੱਥੇ ਹੋਰ ਪੂਜਾ ਹੁੰਦੀ ਸੀ, ਮੰਦਰਾਂ ਵਿੱਚ ਲੈ ਜਾਣਾ ਜਿੱਥੇ ਹੋਰ ਪੂਜਾ ਹੁੰਦੀ ਸੀ, ਕਬਰਾਂ 'ਚ ਲੈ ਜਾਣਾ, ਖਾਨਗਾਹਾਂ 'ਚ ਲੈ ਜਾਣਾ, ਅਨਮਤੀ ਥਾਵਾਂ 'ਤੇ ਲੈ ਜਾਣਾ। ਉਹ ਫਿਰ ਜੇ ਇੱਕ ਸਿੱਖ ਜਾਂਦਾ ਸੀ ਅਤੇ ਬਹੁਤੇ ਮਨਮਤੀ ਲੋਕ ਇੱਕ ਦੋ ਸਿੱਖਾਂ ਦਾ ਵਿਰੋਧ ਕਰ ਦਿੰਦੇ ਸੀ, ਅਤੇ ਜਿਹੜੇ ਇਲਜ਼ਾਮ ਅੱਜ ਸਤਿਕਾਰ ਕਮੇਟੀ 'ਤੇ ਲੱਗ ਰਿਹਾ ਉਹ ਸਜ਼ਾ ਉਹ ਭੁਗਤ ਕੇ ਆਉਂਦਾ ਸੀ ਸਿੱਖ, ਈਵਨ ਕਿ ਮਨਮਤੀਆਂ ਕੋਲੋਂ ਕੁੱਟ ਖਾ ਕੇ ਆਉਣਾ। ਫਿਰ ਗੁਰਸਿੱਖ ਦਾ ਹੌਲੀ ਹੌਲੀ ਇੱਕ ਕਾਫਲਾ ਬਣਦਾ ਗਿਆ, ਜਿਹਦਾ ਨਾਂ ਉਹ ਸਤਿਕਾਰ ਕਮੇਟੀ ਦਾ ਨਾਂ ਲੈ ਗਿਆ, ਉਹਨੂੰ ਸਤਿਕਾਰ ਕਮੇਟੀ ਦਾ ਰੂਪ ਦੇ ਦਿੱਤਾ ਗਿਆ, ਇੱਕ ਸਮੂਹ ਹੋ ਗਿਆ ਇਕੱਠਾ। ਬੜੀ ਕਿਰਪਾ ਕੀਤੀ ਦਾਤੇ ਨੇ, ਬੜੀਆਂ ਕਬਰਾਂ, ਪੀਰਾਂ, ਖਾਨਗਾਹਾਂ, ਈਵਨ ਕਿ ਮੰਦਰਾਂ ਬੰਦ ਪਈਆਂ, ਕੋਠੀਆਂ। ਕਪੂਰਥਲੇ ਦੀ ਘਟਨਾਵਾਂ, ਕੋਈ ਪਰਿਵਾਰ ਇੱਥੋਂ ਸ਼ਿਫਟ ਹੋ ਕੇ ਚੰਡੀਗੜ੍ਹ ਚਲ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੰਦਰ, ਐਡੀ ਉੱਲੀ ਜੰਮੀ। SSP ਸਾਹਿਬ ਨੂੰ ਕਪੂਰਥਲਾ ਦੇ ਨੂੰ ਨਾਲ ਲੈ ਕੇ ਰਾਤ ਜਿੰਦਾ ਤੋੜ ਕੇ ਕੋਠੀ ਦਾ, ਅਤੇ ਉਹਨਾਂ ਦੀ ਸੁਪਰਵਿਜ਼ਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਇਹ ਕਿ ਹੋਰ ਕਈਆਂ ਥਾਵਾਂ ਤੋਂ ਜਾਲੇ ਲੱਗੇ, ਬੜਾ ਕੁਛ। ਅਤੇ ਇਹਨਾਂ ਚੀਜ਼ਾਂ ਵੱਲ ਵੀ ਆਵਾਂਗੇ ਕਿ ਕਿਵੇਂ ਕੰਮ ਕੀਤਾ ਸਤਿਕਾਰ ਕਮੇਟੀ ਨੇ। ਜਿਹੜਾ ਮੇਰਾ ਪਹਿਲਾ ਸਵਾਲ ਸੀਗਾ, ਉਹ ਸਵਾਲ ਇਸ ਕਰਕੇ ਸੀਗਾ ਕਿ ਸ਼੍ਰੋਮਣੀ ਕਮੇਟੀ ਕੋਲ ਜਦ ਜ਼ਿੰਮੇਵਾਰੀ ਹੈਗੀ ਆ ਅਤੇ ਤੁਸੀਂ ਲੱਗਾ ਕਿ ਸੰਗਤ ਲਈ ਕਹਿ ਦਿੱਤਾ ਅਤੇ ਸੰਗਤ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ, ਪਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਕਿ ਆਪੇ ਹੀ ਬਣੀਆਂ ਹੋਈਆਂ ਕੁਝ ਜਥੇਬੰਦੀਆਂ ਜਿਹੜੀਆਂ ਉਹ ਇੰਜ ਕਰਦੀਆਂ, ਉਹਨਾਂ ਨੂੰ ਇੰਜ ਨਹੀਂ ਕਰਨਾ ਪਏਗਾ, ਅਸੀਂ ਥਾਪਾਂਗੇ ਇਹਦੇ ਲਈ ਚੀਜ਼ਾਂ। ਅਤੇ ਫਿਰ ਇਹਦਾ ਮਤਲਬ ਹੁਣ ਜਥੇਦਾਰ ਸਾਹਿਬ ਤੁਹਾਡੇ ਮੁਤਾਬਕ ਸਿੱਖ ਸੰਗਤ ਤੋਂ ਤੁਹਾਨੂੰ ਬਾਹਰ ਕਰਦੇ ਪਏ ਆ? ਦੇਖੋ ਜੀ, ਇਹਦਾ ਜਵਾਬ ਤਾਂ ਜਥੇਦਾਰ ਦੇ ਸਕਦੇ ਆ, ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਅਤੇ ਆਪਾਂ ਥੋੜ੍ਹਾ ਜਿਹਾ ਤੁਹਾਡੇ ਸਵਾਲ ਤੋਂ ਮਾੜਾ ਜਿਹਾ ਪਾਸੇ ਜਾਣਾ ਚਾਹੁੰਦਾ ਸੀ, ਆਉਣਾ ਮੈਂ ਇੱਥੇ ਹੀ ਸੀਗਾ। ਜਦੋਂ ਇਹ ਸਮੂਹ ਇਕੱਠਾ ਹੋ ਜਾਂਦਾ ਅਤੇ ਇਹ ਬੇਅਦਬੀਆਂ ਕਰਨ ਵਾਲਿਆਂ ਵੀਰਾਂ ਨੂੰ ਹੱਥ ਜੋੜ ਕੇ ਸਮਝਾਵੇ, ਚਾਹੇ ਖਾਲਸਾ ਰੀਤ ਨਾਲ ਸਮਝਾਵੇ, 90% ਕਾਮਯਾਬ ਹੋ ਜਾਂਦੇ ਆ ਬੇਅਦਬੀਆਂ ਵਾਲੀਆਂ ਥਾਵਾਂ 'ਤੇ ਮਹਾਰਾਜ ਦਾ ਸਰੂਪ ਰੋਕਣ ਜਾਣ ਤੋਂ। ਜਦੋਂ ਕੋਈ ਜਨਰਲ ਸਾਹਿਬ ਜਦੋਂ ਕੋਈ ਕੰਮ ਕਰਦਾ ਆ, ਸੇਵਾ ਕਰਦਾ ਆ ਜਾਂ ਘਰ 'ਚ ਕੰਮ ਕਰਦਾ, ਉਹਦੇ ਕੋਲੋਂ ਛੋਟੀ ਮੋਟੀ ਊਚ ਨੀਚ ਹੋਣੀ ਸੁਭਾਵਿਕ ਆ। ਮੰਨ ਲਓ ਆਪਾਂ ਰੋਡ 'ਤੇ ਜਾਂਦੇ ਹਾਂ, ਬਾਈਕ ਚਲਾਉਂਦੇ ਹਾਂ, ਕਾਰ ਚਲਾਉਂਦੇ ਹਾਂ, ਐਕਸੀਡੈਂਟ ਜਾਂ ਸਲਿੱਪਿੰਗ ਉਹਦੇ ਕੋਲ ਹੋਣੀ ਆ ਜਿਹੜਾ ਰੋਡ 'ਤੇ ਚੜ੍ਹਦਾ ਆ। ਜਿਹੜਾ ਘਰ ਬੈਠਾ ਆ, ਰਜਾਈ 'ਚ ਬੈਠਾ ਜਾਂ AC ਵਾਲੇ ਕਮਰੇ 'ਚ ਬੈਠਾ, ਉਹਦਾ ਕੁਝ ਨਹੀਂ ਹੋਣਾ, ਉਹ ਤਾਂ ਬੈਠਾ ਆ ਸੇਫ ਨਾਲ। ਸਤਿਕਾਰ ਕਮੇਟੀ ਦੀਆਂ ਕਾਰਵਾਈਆਂ ਦੌਰਾਨ, ਕਿਉਂਕਿ ਇਹ ਵੈਲੈਂਸ ਦੀ ਗੱਲ ਸੀ, ਉਹਨਾਂ ਦਾ ਕੰਮ ਸੀਗਾ ਕਿ ਅਸੀਂ ਪਾਠ ਕਰਾਉਣਾ ਹੀ ਕਰਾਉਣਾ, ਆਪਣਾ ਸੀਗਾ ਕਿ ਰੋਕਣਾ ਹੀ ਰੋਕਣਾ। ਜਦੋਂ ਕਰਾਉਣਾ ਅਤੇ ਰੋਕਣਾ ਫਿਰ ਕਹਾ ਸੁਣੀ ਹੋ ਜਾਂਦੀ ਆ। ਚਲੋ ਚੱਲਦਾ ਰਿਹਾ, ਸਾਰਾ ਕੁਛ ਬੜਾ ਵਧੀਆ ਸੀਗਾ। 2016, 17, 18 ਈਵਨ ਕਿ 19 ਤੱਕ ਸਭ ਕੁਛ ਠੀਕ ਠਾਕ ਸੀ। ਇਹ ਜਿਹੜੀ ਇੱਕ ਪ੍ਰੋਫੈਸਰ ਸਾਹਿਬ ਹੈਗੇ ਨੇ ਜਸਵੰਤ ਸਿੰਘ ਜੀ, ਹੁਸ਼ਿਆਰਪੁਰ 'ਚ, ਬੱਸੀ ਜਲਾਲ 'ਚ, ਇਹ ਜਿਹੜੀ ਘਟਨਾ ਜਿਹੜੀ ਜੋ
ਜਥੇਦਾਰ ਦੇ ਸਾਹਿਬ ਦੇ ਮੂੰਹ ਦੇ ਵਿੱਚੋਂ ਰਸਨਾ ਤੋਂ ਇਹ ਸ਼ਬਦ ਕਢਾਉਂਦੀ ਆ, ਉਹ ਸਾਰੀ ਘਟਨਾ ਉਹਦੀ ਉਪਜ ਆ ਜੀ। ਉਹ ਘਟਨਾ ਨੂੰ ਲੈ ਕੇ, ਕਿਉਂਕਿ ਹੁਣ ਵੇਖੋ ਉਹ ਵੀ ਮੈਂ ਪੱਖ ਕਲੀਅਰ ਕਰ ਦਿੰਦਾ ਵੀ ਕੀ ਸੀ ਉੱਥੇ। ਹੁਣ ਪ੍ਰੋਫੈਸਰ ਸਾਹਿਬ ਆਪ ਮੰਨਦੇ ਆ, ਸਾਡੇ ਕੋਲ ਉਹਦਾ ਵੀਡੀਓ ਪ੍ਰੂਫ ਆ। ਉਹ ਕਹਿੰਦੇ ਕਿ ਜਦੋਂ ਮੈਂ ਵਿਦੇਸ਼ ਚਲ ਜਾਂਦਾ ਆ ਅਤੇ ਮੈਂ ਸਰੂਪ ਜਿਹੜਾ ਹੈਗਾ ਗੁਰੂ ਸਾਹਿਬ ਦਾ ਉਹ ਘਰ 'ਚ ਹੀ ਇੱਦਾਂ ਬੰਦ ਕਰ ਜਾਂਦਾ ਆ, ਰੱਖ ਜਾਂਦਾ ਆ। ਇੱਥੇ ਬੜਾ ਵੱਡਾ ਸਵਾਲ ਆ ਵੀ 3 ਮਹੀਨੇ ਜਾਂ 4 ਮਹੀਨੇ ਕਿੰਨੇ ਦਿਨ ਹੀ ਮੁੜਦੇ ਆ, ਉਹਦਾ ਪ੍ਰਬੰਧ ਕੌਣ ਕਰਦਾ? ਇਹ ਗੱਲ ਸੀ। ਦੂਜੀ ਗੱਲ ਆ ਵੀ ਉੱਥੇ ਸੁੱਖ ਆਸਣ ਦਾ ਸਿੰਘਾਂ ਮੁਤਾਬਕ, ਮੈਂ ਉਸ ਜਗ੍ਹਾ ਗਿਆ ਨਹੀਂ, ਦੱਸਣ ਮੁਤਾਬਕ, ਅਤੇ ਪ੍ਰੋਫੈਸਰ ਸਾਹਿਬ ਨਾਲ ਮੇਰੀ ਗੱਲ ਹੋਈ ਆ ਜ਼ਰੂਰ ਫੋਨ 'ਤੇ। ਉਹ ਕਹਿੰਦੇ ਵੀ ਮੇਰੇ ਕੋਲ ਸੁੱਖ ਆਸਣ ਦਾ ਪ੍ਰਬੰਧ ਨਹੀਂ ਹੈਗਾ ਸੀਗਾ। ਚਲੋ ਇਹਨਾਂ ਕਾਰਨਾਂ ਨੂੰ ਕਰਕੇ ਸਤਿਕਾਰ ਕਮੇਟੀ ਵਾਲੇ ਸਿੰਘ ਮਹਾਰਾਜ ਦੇ ਸਰੂਪ ਲੈ ਜਾਂਦੇ ਆ। ਮੈਂ ਵੀ ਮੰਨਦਾ ਕਿ 44 ਸਾਲ ਦਾ ਉਹਨਾਂ ਦਾ ਪ੍ਰਕਾਸ਼ ਸੀ, ਉਹਨਾਂ ਦੀ ਆਸਾ ਜੁੜੀ ਸੀ, ਇਹਦੇ ਵਿੱਚ ਕੁਛ ਨਾ ਕੁਛ ਰਿਲੈਕਸੇਸ਼ਨ ਹੋਣੀ ਚਾਹੀਦੀ ਸੀ। ਪਰੰਤੂ ਇਹ ਮਸਲਾ ਅਕਾਲ ਤਖ਼ਤ ਸਾਹਿਬ 'ਤੇ ਚੱਲ ਜਾਂਦਾ ਮੀਡੀਆ ਰਾਹੀਂ। ਅਤੇ ਸਾਡਾ ਅੱਜ ਵੀ ਤੁਸੀਂ ਆਏ ਆ ਸਾਡੇ ਕੋਲ, ਤੁਹਾਡਾ ਧੰਨਵਾਦ। ਮੈਂ ਇੱਥੇ ਇੱਕ ਚੀਜ਼ ਹੋਰ ਕਲੀਅਰ ਕਰਦਾ, ਇਕੱਲੇ ਮੀਡੀਆ ਰਾਹੀਂ ਨਹੀਂ ਜਾਂਦਾ, ਬਕਾਇਦਾ ਮੇਰੀ ਜਸਵੰਤ ਸਿੰਘ ਹੋਰਾਂ ਨਾਲ ਗੱਲਬਾਤ ਹੋਈ, ਮੈਂ ਉਹਨਾਂ ਨੂੰ ਇੰਟਰਵਿਊ ਕੀਤਾ ਇਸ ਬਾਬਤ। ਉਹ ਕਹਿੰਦੇ ਮੈਂ ਪਹਿਲਾਂ ਚਿੱਠੀਆਂ ਲਿਖੀਆਂ ਉਹਨਾਂ ਨੂੰ, ਪਰ ਕਿਉਂਕਿ ਇਹ ਲੋਕਡਾਊਨ ਦੇ ਦਰਮਿਆਨ ਜਾਂ ਕਰੋਨਾ ਕਾਰਨ ਉਹ ਸਾਰਾ ਸਿਲਸਿਲਾ ਨਹੀਂ ਪਹੁੰਚਦਾ, ਫਿਰ ਮੇਲ ਕੀਤੀ ਉਹਨਾਂ ਨੂੰ ਤਖ਼ਤ ਸਾਹਿਬਾਨ 'ਤੇ, ਫੋਨ ਵੀ ਬਹੁਤ ਕੀਤੇ, ਉਹਨਾਂ ਨੇ ਸਿੱਧਾ ਰਾਬਤਾ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਬਣਾਇਆ। ਚਲੋ ਥੈਂਕ ਯੂ ਤੁਹਾਡਾ, ਤੁਹਾਡੇ ਰਾਹੀਂ ਪਤਾ ਲੱਗ ਗਿਆ ਮਸਲਾ ਚਲੇ ਗਿਆ ਜੀ ਅਕਾਲ ਤਖ਼ਤ ਸਾਹਿਬ 'ਤੇ। ਮੰਨ ਲਓ ਤੁਹਾਡੇ ਕੋਲ ਕੋਈ ਪੰਚਾਇਤ ਕੋਲ ਮਸਲਾ ਆ ਗਿਆ ਅਤੇ ਤੁਸੀਂ ਪੰਚਾਇਤੀ ਰੂਪ ਵਿੱਚ ਕਿਵੇਂ ਉਹਨੂੰ ਜੱਜ ਕਰਦੇ ਹੋ? ਤੁਸੀਂ ਵੀ ਦੇਖਦੇ ਹੋ ਨਾ ਕਿ ਯਾਰ ਸ਼ਿਕਾਇਤ ਕਰਤਾ ਤੇ ਆ ਗਈ ਮੇਰੇ ਕੋਲ, ਅਤੇ ਹੁਣ ਜਿਹਨੇ ਐਕਸ਼ਨ ਕੀਤਾ ਆ, ਜਿਹਦੀ ਗਲਤੀ ਆਪਾਂ ਕਹਿੰਦੇ ਆ, ਉਹਨੂੰ ਵੀ ਤਾਂ ਸੁਣ ਲਈਏ। ਅਫਸੋਸ ਕਿ ਸਾਡੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਹੈਗੇ ਆ, ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਹੈਗੇ ਆ, ਉਹਨਾਂ ਨੇ ਸ਼ਿਕਾਇਤਕਰਤਾ ਨੂੰ ਸੁਣ ਕੇ ਇੱਕ ਤਰਫਾ ਕਹਿ ਦਿੱਤਾ ਕਿ ਅੱਜ ਤੋਂ ਸਤਿਕਾਰ ਕਮੇਟੀਆਂ ਦੀ ਜਿਹੜੀ ਨਿਯੁਕਤੀ ਆ, ਮਾਨਤਾ ਆ, ਰੱਦ ਕੀਤੀ ਜਾਂਦੀ ਆ। ਇੱਥੇ ਬੜਾ ਵੱਡਾ ਸਵਾਲ ਹੈ। ਉਹ PhD ਆ, ਕੁਆਲੀਫਿਕੇਸ਼ਨ ਬਹੁਤ ਆ ਉਹਨਾਂ ਕੋਲ, ਅਹੁਦੇ ਦਾ ਬਹੁਤ ਉਹਨਾਂ ਕੋਲ ਵੱਡਾ ਅਹੁਦਾ ਆ, 2 ਤਖ਼ਤਾਂ ਦੇ ਹੈਗੇ ਆ, ਪਰ ਉਹਨਾਂ ਨੇ ਇੰਨਾ ਨਹੀਂ ਸੋਚਿਆ ਵੀ ਜਿਹਦੀ ਨਿਯੁਕਤੀ ਨਾ ਹੋਵੇ ਉਹਨੂੰ ਰੱਦ ਕਿੱਦਾਂ ਕਰ ਦਿਆਂਗੇ। ਇਹ ਉਹ ਭੁੱਲ ਗਏ ਵੀ ਨਿਯੁਕਤੀ ਪੱਤਰ ਤਾਂ ਕਦੇ ਦਿੱਤਾ ਹੀ ਨਹੀਂ। ਜੇ ਨਿਯੁਕਤੀ ਪੱਤਰ ਆ ਤਾਂ ਉਹ ਆ ਇਹ ਆਪਣੇ ਆਪ 'ਚ ਇੱਕ ਨਿਯੁਕਤੀ ਪੱਤਰ ਆ ਜਿਹੜਾ ਕਹਿ ਰਿਹਾ ਆ ਕਿ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ, ਜਾਂ ਤਾਂ ਫਿਰ 2001 ਦੀ ਸਟੇਟਮੈਂਟ ਵੀ ਵਾਪਸ ਲੈਣ, ਫਿਰ ਸਤਿਕਾਰ ਕਮੇਟੀ ਆਪਣੇ ਆਪ ਰੱਦ ਹੁੰਦੀ ਆ। ਜਿੰਨਾ ਚਿਰ ਇਹ ਸਟੇਟਮੈਂਟ ਕਾਇਮ ਆ ਉਹਨਾਂ ਚਿਰ ਸਤਿਕਾਰ ਕਮੇਟੀ ਨੂੰ ਰੱਦ ਕਰਨ ਦਾ ਕੋਈ ਜਿਹੜੀ ਤੁਕ ਆ, ਜਿਹੜੀ ਗੱਲ ਆ, ਉਹ ਬੇਤੁਕੀ ਬਣ ਜਾਂਦੀ ਆ। ਹੁਣ ਆਪਾਂ ਥੋੜ੍ਹੀ ਜਿਹੀ ਇੱਥੋਂ ਹਟ ਕੇ ਸੁਪਰੀਮ ਕੋਰਟ ਦੁਨਿਆਵੀ ਸਰਕਾਰ, ਸੈਂਟਰ ਗੌਰਮੈਂਟ, ਪੰਜਾਬ ਗੌਰਮੈਂਟ, ਕੋਰਟਾਂ, ਕੋਈ ਵੀ ਜਦੋਂ ਉਹ ਆਪਣਾ ਹੁਕਮ ਲਾਗੂ ਕਰਾਉਣਾ ਹੁੰਦਾ ਉਹ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਕਰਾਉਣਾ ਹੁੰਦਾ। ਹੁਣ ਸੁਪਰੀਮ ਕੋਰਟ ਹੈਗੀ ਹੈ ਇਹ ਸਿੱਖਾਂ ਦੀ ਅਕਾਲ ਤਖ਼ਤ ਸਾਹਿਬ, ਅਤੇ ਇਹਦਾ ਜਿਹੜਾ ਸਿਵਲ ਪ੍ਰਸ਼ਾਸਨ ਆ ਉਹ ਹੈਗਾ ਆ ਸ਼੍ਰੋਮਣੀ ਕਮੇਟੀ। ਅਤੇ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕਿੰਨਾ ਕੁ ਕੰਮ ਕੀਤਾ ਵਾ, ਇਹ ਤੁਹਾਡੇ ਸੁਣਨ ਵਾਲੇ ਦਰਸ਼ਕ, ਤੁਹਾਡੇ ਚੈਨਲ ਨੂੰ ਸੁਣਨ ਵਾਲੀਆਂ ਸੰਗਤਾਂ ਅਤੇ ਅਸੀਂ ਸਾਰੇ ਜਾਣਦੇ ਹਾਂ। ਇਹ ਮੰਨ ਕੇ ਚੱਲਦੇ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਨੇ ਕੰਮ ਨਹੀਂ ਕੀਤਾ ਉਸ ਤਰੀਕੇ ਨਾਲ ਜਿੱਦਾਂ ਹੋਣਾ ਚਾਹੀਦਾ ਸੀ, ਧਰਮ ਪ੍ਰਚਾਰ ਪ੍ਰਸਾਰ ਜਾਂ ਮਰਿਆਦਾ ਨੂੰ ਕਾਇਮ ਰੱਖਣ ਨੂੰ ਲੈ ਕੇ, ਅਤੇ ਫਿਰ ਉਸ ਤੋਂ ਬਾਅਦ ਸਤਿਕਾਰ ਕਮੇਟੀ ਉਹ ਸਾਰਾ ਕੁਝ ਕਾਇਮ ਕਰਨ ਦੀ ਕੋਸ਼ਿਸ਼ ਕਰਦੀ ਆ, ਕਾਮਯਾਬੀ ਹੁੰਦੀ ਆ। ਤੁਸੀਂ ਕਹਿੰਦੇ ਕਿ 90% ਜਿਹੜਾ ਤੁਹਾਨੂੰ ਕਾਮਯਾਬੀ ਵੀ ਮਿਲ ਗਈ ਆ, ਪਰ ਉਸ 90% ਦੇ ਵਿੱਚ ਬਹੁਤ ਸਾਰਾ ਕੁਝ ਇੱਦਾਂ ਦੇ ਵੀ ਨਿਕਲ ਕੇ ਆਇਆ। ਬਹੁਤ ਸਾਰੀਆਂ ਵੀਡੀਓ ਤੁਹਾਡੀ ਸੰਸਥਾ ਦੀਆਂ ਜਿਹੜੀਆਂ ਉਹ ਜਨਤਕ ਹੋਈਆਂ, ਕਿਤੇ ਪਾਠੀਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਔਰ ਬੜੇ ਕਹਿ ਸਕਦੇ ਕਿ ਬੇਕਿਰਕੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਬਜ਼ੁਰਗ ਪਾਠੀ ਸੀ, ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕਈ ਥਾਵਾਂ 'ਤੇ ਮਸੀਤਾਂ ਢਾਈਆਂ ਜਾਂਦੀਆਂ, ਕਬਰਾਂ ਢਾਈਆਂ ਜਾਂਦੀਆਂ। ਉਹ ਸਾਰਾ ਸਿਲਸਿਲਾ ਉਹ ਲੱਗਦਾ ਨਹੀਂ ਹੈ ਕਿ ਉਹ ਜਿਹੜਾ ਮਨੋਰਥ ਸੀ ਸਤਿਕਾਰ ਕਮੇਟੀ ਦਾ, ਜਿਸ ਪਾਸੇ ਚੱਲਣਾ ਚਾਹੀਦਾ ਸੀ ਸਤਿਕਾਰ ਕਮੇਟੀ ਨੂੰ, ਜਾਂ ਜਿੱਦਾਂ ਦਾ ਸਤਿਕਾਰ ਕਮੇਟੀ ਦਾ ਵੀ ਹੋਣਾ ਚਾਹੀਦਾ ਸੀਗਾ ਇਸ ਮਰਿਆਦਾ ਨੂੰ ਕਾਇਮ ਕਰਨ ਦੇ ਬਦਲੇ ਦੇ ਵਿੱਚ, ਉਹਨਾਂ ਵੀਡੀਓ, ਉਹਨਾਂ ਘਟਨਾਵਾਂ ਨੇ ਸਤਿਕਾਰ ਕਮੇਟੀ ਦੇ ਅਕਸ ਨੂੰ ਵੀ ਢਾਹ ਲਾਈ ਹੈ, ਅਤੇ ਨਾਲ ਦੀ ਨਾਲ ਇਸ ਪ੍ਰਕਿਰਿਆ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹ ਖੁੰਡਾ ਕੀਤਾ ਹੈ। ਬਿਲਕੁਲ, ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਹਾਂ ਕਿ ਜਦੋਂ ਕੋਈ ਕਾਰਜ ਕਰਦਾ ਆ,
ਆਪਾਂ ਪੇਪਰ ਵਿੱਚ ਬੈਠਦੇ ਹਾਂ, ਆਸ ਤਾਂ 100% ਨੰਬਰ ਲੈਣ ਦੀ ਹੁੰਦੀ ਆ ਜੀ, ਪਰ 33 ਵਾਲਾ ਪਾਸ ਗਿਣਿਆ ਜਾਂਦਾ। ਮੈਂ ਨਹੀਂ, ਇਹ ਸੰਗਤ ਨੇ ਜੱਜ ਕਰਨਾ ਆ ਕਿ ਉਹ ਕਿੰਨੇ ਨੰਬਰ ਸਾਨੂੰ ਦਿੰਦੇ ਆ ਇਸ ਸੇਵਾ ਦੌਰਾਨ, ਜਾਂ ਕਿੰਨੇ ਫੀਸਦੀ ਸਾਡੀ ਸੇਵਾ ਨਾਲ ਸਹਿਮਤ ਹੁੰਦੇ ਆ। ਹੁਣ ਰਹੀ ਗੱਲ ਬਜ਼ੁਰਗ ਪਾਠੀਆਂ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਹਾਨ ਆ, ਅਤੇ ਜਿਹੜੇ ਪਾਠੀ ਸਿੰਘ ਆ ਜਾਂ ਗ੍ਰੰਥੀ ਸਿੰਘ ਆ ਉਹ ਬਾਬਾ ਬੁੱਢਾ ਜੀ ਦੀ ਪਦਵੀ ਦੇ ਮਾਲਕ ਆ ਜੀ। ਇਹ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਆ, ਜਿਹੜੇ ਤੁਸੀਂ ਦਰਸ਼ਨ ਕਰਦੇ ਆ ਸੰਗਤਾਂ, ਇਹ ਕੀ ਉਹਨਾਂ ਪਾਠੀਆਂ 'ਤੇ ਲਾਗੂ ਨਹੀਂ ਹੁੰਦਾ? ਕੀ ਗ੍ਰੰਥੀਆਂ 'ਤੇ ਲਾਗੂ ਨਹੀਂ ਹੁੰਦਾ? ਕੀ ਉਹ ਕਿਸੇ ਸਿਆਸੀ ਲੋਕਾਂ ਦੇ ਧੜੇ ਚੜ੍ਹ ਕੇ 2015 ਵਾਲੀ ਤੁਸੀਂ ਗੱਲ ਕਰਦੇ ਆ, ਜਿਹੜੇ ਚਲੇ ਗਏ ਜਹਾਨੋਂ, ਉਹਨਾਂ ਦੀਆਂ ਬਰਿਆਈਆਂ ਅਤੇ ਚੰਗਿਆਈਆਂ ਨਾਲ ਚਲੀਆਂ ਜਾਂਦੀਆਂ, ਉਹ ਪਾਠੀਆਂ ਵਾਲੇ ਵੈਲੈਂਸ ਕਰਾਉਣ ਦਾ ਜ਼ਿੰਮੇਵਾਰ ਸੀਗਾ ਮੌਜੂਦਾ ਮੌਕੇ ਦਾ ਉਸ ਟਾਈਮ ਦਾ ਕੈਬਨਿਟ ਮੰਤਰੀ ਜੀਤ ਸਿੰਘ ਕੁਹਾੜ ਜੀ। ਉਹਦਾ ਤਹਈਆ ਕੀਤਾ ਹੋਇਆ ਸੀਗਾ ਕਿ ਮੈਂ ਬੇਦਬੀਆਂ ਕਰਾਉਣੀਆਂ ਹੀ ਕਰਾਉਣੀਆਂ। ਹੁਣ ਜਿਹੜਾ ਉਹਦਾ ਮੋਹਰਾ ਬਣ ਕੇ ਬੇਦਬੀਆਂ ਕਰਦਾ, ਉਹਦਾ ਸਾਡੇ ਨਾਲ ਕਿਹਾ ਸੁਣੀ ਹੋਈ ਆ, ਮੈਂ ਮੰਨਦਾ, ਪਰ ਹੋਈ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਆ। ਇਹ ਨਹੀਂ ਕਿ ਅਸੀਂ ਉਹਨਾਂ ਦੀ ਪੈਲੀ ਦਾ ਨਜਾਇਜ਼ ਕਬਜ਼ਾ ਲੈਣਾ ਸੀ ਜਾਂ ਕੋਈ ਇੱਦਾਂ ਦੀ ਗੱਲ। ਪਰੰਤੂ ਫਿਰ ਤੁਹਾਡਾ ਅਗਲਾ ਸੀਗਾ ਕਿ ਮਸੀਤ ਕਿਤੇ ਵੀ ਸਤਿਕਾਰ ਕਮੇਟੀ ਨੇ ਨਹੀਂ ਢਾਈ, ਨਾ ਢਾਊਗਾ। ਮਸੀਤ ਬਣਾਉਣ ਵਾਸਤੇ, ਮੰਦਰ ਬਣਾਉਣ ਵਾਸਤੇ ਯੋਗਦਾਨ ਕਰਾਂਗੇ ਜਿਹੜੇ ਭਰਾਵਾਂ ਦਾ ਹੈ। ਕੀ ਢਾਇਆ? ਅਖੌਤੀ ਸ਼ਹੀਦਾਂ ਦੀਆਂ ਸਮਾਧਾਂ, ਪੀਰਾਂ ਦੀਆਂ ਜਿਹੜੀਆਂ ਸਮਾਧਾਂ ਜਿਨ੍ਹਾਂ ਨੇ ਬਣਾਈਆਂ, ਢਾਈਆਂ ਉਹਨਾਂ ਦੀਆਂ ਜਿਨ੍ਹਾਂ ਨੇ ਕਿਹਾ ਕਿ ਸਾਡੇ ਅਖੰਡ ਪਾਠ ਸਾਹਿਬ ਤੁਸੀਂ ਨਹੀਂ ਕਰਨ ਦਿੰਦੇ, ਅੱਜ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗ ਗਏ ਹਾਂ, ਅਤੇ ਆਹ ਤੁਹਾਨੂੰ ਅਸੀਂ ਲਿਖ ਕੇ ਦਿੰਦੇ ਹਾਂ, ਕਬਰ ਜਿਹੜੀ ਸਾਡੇ ਘਰੇ ਬਣੀ ਹੈ ਢਾਹ ਦਿਓ। ਤਾਂ ਅਸੀਂ ਢਾਹਤੀ। ਫਿਰ ਜੇ ਕਈਆਂ ਨੂੰ ਕਹਿੰਦੇ ਜੀ ਉਹ ਕਿਸੇ ਦੀ ਆਸਥਾ ਹਾਂ ਹੋ ਸਕਦੀ ਆ, ਪਰ ਮੁਸਲਮਾਨ ਵੀਰਾਂ ਦੀ ਜਿਹੜੀ ਕੁਰਾਨ ਆ ਉਹਦੀ ਸ਼ਰੀਅਤ ਕਹਿੰਦੀ, ਸ਼ਰੀਅਤ ਵਿੱਚ ਇਹ ਗੱਲ ਹੈਗੀ ਆ ਕਿ ਕਬਰਾਂ 'ਤੇ ਬੱਬੇ ਬਣਾਉਣੇ, ਕਬਰਾਂ ਦੀ ਪੂਜਾ ਕਰਨੀ, ਚਾਦਰ ਚੜਾਉਣੀ, ਇਹ ਸ਼ਿਰਕ ਆ। ਅਤੇ ਇਹ ਫਿਰ ਜੇ ਮੁਸਲਮਾਨ ਵੀਰ ਜਿਨ੍ਹਾਂ ਦੇ ਬਜ਼ੁਰਗਾਂ ਦੀਆਂ ਕਬਰਾਂ ਆ ਉਹ ਕਹਿੰਦੇ ਸ਼ਿਰਕ ਆ, ਅਤੇ ਫਿਰ ਸਾਡੇ ਸਿੱਖਾਂ ਨੂੰ ਪੂਜਣੀ ਵੀ ਗਲਤ ਆ। ਫਿਰ ਵੀ ਢਾਇਆ ਉਹਨਾਂ ਦਾ ਆ ਜਿਨ੍ਹਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਸਾਡਾ ਇਹ ਢਾਓ। ਜੀ। ਤੁਸੀਂ ਕਹਿੰਦੇ ਆ ਕਿ ਉਹ ਕੁੱਟਮਾਰ ਵੀ ਜਾਇਜ਼ ਸੀ, ਕਿਉਂਕਿ ਤੁਹਾਡੇ ਕਹਿਣ ਮੁਤਾਬਕ ਹਲਕੇ ਦੇ ਵਿਧਾਇਕ ਜਾਂ ਕੈਬਨਿਟ ਮੰਤਰੀ ਜਿਹੜੇ ਸੀਗੇ ਉਸ ਸਮੇਂ, ਉਹਨਾਂ ਦੀ ਪੁੱਠਤ ਦੇ ਵਿੱਚ ਆਣ ਕੇ ਉਹ ਕੰਮ ਕੀਤਾ ਗਿਆ ਜਿਹਦੇ ਲਈ ਰੋਕਿਆ ਜਾ ਰਿਹਾ ਸੀ, ਰਹਿਤ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ, ਤਾਂ ਕਰਕੇ ਹੋਇਆ। ਫਿਰ ਜਿਹੜੀਆਂ ਕਬਰਾਂ ਢਾਈਆਂ ਗਈਆਂ, ਜੋ ਕੁਝ ਢਾਇਆ ਗਿਆ, ਉਹ ਉਹਨਾਂ ਲੋਕਾਂ ਦੀ ਸਹਿਮਤੀ ਨਾਲ ਢਾਈਆਂ ਗਈਆਂ। ਪਰ ਉਹੀ ਚੀਜ਼ਾਂ, ਉਹਦੀਆਂ ਹੀ ਵੀਡੀਓ ਜਦੋਂ ਲੋਕਾਂ ਦੇ ਵਿੱਚ ਪ੍ਰਸਾਰੀਆਂ ਜਾਂਦੀਆਂ ਨੇ, ਅਤੇ ਅਕਸਰ ਤੁਹਾਨੂੰ ਲੱਗਦਾ ਨਹੀਂ ਕਿ ਸਤਿਕਾਰ ਕਮੇਟੀ ਦਾ ਜਿਹੋ ਜਿਹਾ ਹੋਣਾ ਚਾਹੀਦਾ ਉਹਦੇ ਤੋਂ ਬਿਲਕੁਲ ਉਲਟ ਬਣ ਜਾਂਦਾ ਆ? ਅਸਲ ਗੱਲ ਕੀ ਹੋਈ ਆ, ਜਦੋਂ ਨਾ ਸੋਸ਼ਲ ਮੀਡੀਆ ਦਾ ਹੁਣ ਜ਼ਮਾਨਾ ਆ, ਕੋਈ ਵੀ ਜਿਹੜੀ ਚੀਜ਼ ਚਲੇ ਜਾਂਦੀ ਆ, ਮੰਨ ਲਓ ਪਾਠੀਆਂ ਦੀ ਕੁੱਟਮਾਰ ਦੀ ਵੀਡੀਓ ਚਲੇਗੀ, ਉਹਦਾ ਕੁੱਟਦਾ ਦੇਖ ਕੇ ਮੇਰਾ ਵੀ ਦਿਲ ਕਹੂਗਾ ਕਿ ਨਹੀਂ ਯਾਰ ਇਹ ਗੱਲ ਗਲਤ ਹੋ ਗਈ। ਜਦੋਂ ਦੂਜਾ ਪੱਖ ਵਿਚਾਰਾਂਗੇ ਫਿਰ ਕਿਤੇ ਨਾ ਕਿਤੇ, ਕਿਉਂਕਿ ਬਜ਼ੁਰਗ ਸੀ ਨਾ ਆਪਾਂ ਸ਼ਬਦ ਵਰਤਿਆ, ਅਤੇ ਇਹ ਸਾਡੇ 35 ਮਹਾਂਪੁਰਖ ਬਜ਼ੁਰਗਾਂ ਦੀ ਬਾਣੀ ਆ। ਜੇ ਉਹਦਾ ਕੋਈ ਸਤਿਕਾਰ ਨਹੀਂ ਕਰੂਗਾ ਫਿਰ ਉਹ ਬਜ਼ੁਰਗੀ ਦਾ ਲਿਹਾਜ਼ ਵੀ ਔਖੀ ਗੱਲ ਹੋ ਜਾਂਦੀ ਹੈ। ਕਿਉਂਕਿ ਮਹਾਰਾਜ ਨੇ ਕਿਹਾ ਸੀਗਾ ਕਿ ਜਿਹੜਾ ਇੱਕ ਤੁਕ ਦੀ ਬੇਦਬੀ ਹੋਈ ਸੀਗੀ ਮਹਾਰਾਜ ਸਾਹਿਬ ਦੇ ਸਪੁੱਤਰਾਂ ਕੋਲੋਂ, ਰਾਮ ਰਾਏ ਜੀ ਕੋਲੋਂ, ਮਿੱਟੀ ਮੁਸਲਮਾਨ ਕੀ ਤੋਂ ਮਿੱਟੀ ਬੇਈਮਾਨ ਦੀ, ਕਹਿੰਦੇ ਆਪਦੇ ਰਾਹ ਚਲੇ ਜਾਓ ਜਿੱਧਰ ਚਲੇ, ਮੇਰੇ ਘਰ ਤੁਹਾਨੂੰ ਥਾਂ ਨਹੀਂ। ਅਤੇ ਜੇ ਕਿਸੇ ਸਿੱਖ ਕੋਲੋਂ ਇੱਕ ਪੰਗਤੀ ਦੀ ਬੇਅਦਬੀ ਹੋਈ ਤਾਂ ਮਹਾਰਾਜ ਨੇ ਚਪੇੜਾਂ ਮਰਾਈਆਂ। ਅਸੀਂ ਮਹਾਰਾਜ ਤਾਂ ਨਹੀਂ ਹੈ, ਮਹਾਰਾਜ ਦੇ ਸਿੱਖ ਹਾਂ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਫਿਰ ਜੇ ਸਾਡੇ ਕੋਲ ਉਹਨਾਂ ਨਾਲ ਹੋਇਆ, ਉਸੇ ਕੇਸ ਵਿੱਚ 307 ਦਾ ਕੇਸ ਵੀ ਅਸੀਂ ਭੁਗਤਿਆ, ਮੈਂ ਜੇਲ੍ਹ ਵਿੱਚ ਰਿਹਾ, ਅਸੀਂ ਸਜ਼ਾ ਵੀ ਉਹਦੀ ਭੁਗਤ ਚੁੱਕੇ ਹਾਂ। ਪਰ ਕਾਹਦਾ ਕਰਕੇ ਸਜ਼ਾ ਭੁਗਤ ਚੁੱਕੇ ਹਾਂ? 307 ਦਾ ਜਦੋਂ ਪਰਚਾ ਹੋ ਜਾਂਦਾ ਜੀ, ਅਤੇ ਕੱਪੜੇ ਗਿੱਲੇ ਹੋ ਜਾਂਦੇ ਆਮ ਬੰਦਿਆਂ ਦੇ, ਅਤੇ ਅਸੀਂ 307 ਕਈ ਵਾਰ ਭੁਗਤੀਆਂ, ਜੇਲ੍ਹਾਂ ਕੱਟੀਆਂ। ਕੀ? ਆਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮਨਾਮੇ ਦੇ ਸਤਿਕਾਰ ਵਾਸਤੇ। ਸਾਡੀ ਵੀਰੋ ਨਾ ਨਿੱਜੀ ਲੜਾਈ ਕਿਸੇ ਨਾਲ ਅੱਜ ਸੀ ਨਾ ਕੱਲ੍ਹ ਆ, ਸਾਡਾ ਪਖੰਡੀ ਨਾਲ ਵੀ ਕੋਈ ਵੈਰ ਨਹੀਂ ਗਾ, ਉਹਦੇ ਪਖੰਡ ਦਾ ਵਿਰੋਧ ਜ਼ਰੂਰ ਆ। ਸਤਿਕਾਰ ਕਮੇਟੀ ਦਾ ਭਵਿੱਖ ਕੀ ਹੋਏਗਾ, ਮੈਂ ਇਹ ਵੀ ਜਾਣਨਾ ਚਾਹਾਂਗਾ। ਪਰ ਉਸ ਤੋਂ ਪਹਿਲਾਂ ਦੋ ਘਟਨਾਵਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਦੇ ਵਿੱਚ ਰਹੀਆਂ, ਜਿਹਦਾ ਕਰਕੇ ਚਰਚਾ ਸਤਿਕਾਰ ਕਮੇਟੀ ਦੀ ਹੋ ਰਹੀ ਹੈ ਇਸ ਵੇਲੇ।
ਜਿਨ੍ਹਾਂ ਘਟਨਾਵਾਂ ਤੋਂ ਬਾਅਦ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮ ਦਿੱਤਾ ਜਾਂਦਾ ਕਿ ਕੋਈ ਵੀ ਆਪ ਬਣੀ ਹੋਈ ਜਥੇਬੰਦੀ ਹੁਣ ਕੰਮ ਨਹੀਂ ਕਰੇਗੀ, ਅਸੀਂ ਥਾਪਾਂਗੇ ਇਹਦੇ ਲਈ ਮਰਿਆਦਾ ਪੂਰੀ ਕਰਨ ਲਈ, ਉਹਨਾਂ 2 ਘਟਨਾਵਾਂ ਦਾ ਜ਼ਿਕਰ ਕਰ ਲੈਂਦੇ ਹਾਂ। ਬਹੁਤ ਚੰਗੀ ਗੱਲ ਹੋਈ ਸ਼ਨੀਚਰਵਾਰ ਨੂੰ ਜਿਹੜਾ ਆ, ਇੱਕ ਤਾਂ ਜਲੰਧਰ ਦਾ ਪਰਿਵਾਰ ਸੀਗਾ ਜਿਹੜਾ ਉਹ ਸ਼ਹੀਦ ਪਰਿਵਾਰ ਹੈ, ਕਹਿ ਸਕਦੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸ਼ਹਾਦਤ ਵੀ ਦਿੱਤੀ ਹੈ ਸਿੰਘ ਨੇ। ਸੋ ਉਹ ਸਾਰੀਆਂ ਚੀਜ਼ਾਂ ਜੋ ਉਸ ਪਰਿਵਾਰ ਨਾਲ ਵਾਪਰੀਆਂ, ਉਸ ਤੋਂ ਬਾਅਦ ਸਤਕਾਰ ਕਮੇਟੀ ਦੇ ਆਰੋਪ ਤੱਕ ਲੱਗ ਗਿਆ ਜੀ ਕਿ ਉਹਦੇ ਪੱਤਰੇ ਜਿਹੜੇ ਸੋਨੇ ਸੀਗੇ ਉਹ ਪਤਾ ਨਹੀਂ ਵੇਚ ਕੇ ਖਾ ਗਈ ਸਤਕਾਰ ਕਮੇਟੀ, ਪਤਾ ਨਹੀਂ ਕਿੱਥੇ ਖੁਰਦ-ਬੁਰਦ ਕਰ ਦਿੱਤਾ ਉਹ ਪੁਰਾਤਨ ਸਰੂਪ, ਉਹ ਸਾਰੀਆਂ ਚੀਜ਼ਾਂ ਦੇ ਇਲਜ਼ਾਮ ਵੀ ਲੱਗੇ। ਔਰ ਤੁਸੀਂ ਬਕਾਇਦਾ ਸੰਗਤ ਦੀ ਹਾਜ਼ਰੀ ਦੇ ਵਿੱਚ ਉਹ ਸਰੂਪ ਸ਼ਨੀਵਾਰ ਜਿਹੜਾ ਆ ਉਹ ਵਾਪਸ ਵੀ ਕਰ ਦਿੱਤਾ ਪਰਿਵਾਰ ਨੂੰ। ਉਹ ਸਰੂਪ ਵਾਪਸ ਕੀਤਾ, ਫਿਰ ਸਵਾਲ ਵੀ ਕਈ ਤਰੀਕੇ ਦੇ ਉੱਠੇ। ਪਰਿਵਾਰ ਨੇ ਇਹ ਵੀ ਸਵਾਲ ਉਠਾਇਆ ਸੀਗਾ ਕਿ ਜੇ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਬੀੜ ਦਾ ਹੋ ਸਕਦਾ, ਬਾਵਜੂਦ ਇਸ ਦੇ ਕਿ ਉਹਦੀ ਵਿੱਚ ਉਣਤਾਈਆਂ, ਉਹਦੀ ਵੀ ਗੱਲ ਕਰਨੀ ਆਪਾਂ ਕਿ ਕਿਹੜੀਆਂ ਉਣਤਾਈਆਂ ਸੀਗੀਆਂ, ਉਹ ਵੀ ਜ਼ਰੂਰ ਜਾਣਾਂਗਾ, ਤੇ ਫਿਰ ਸਾਡੇ ਘਰ ਕਿਉਂ ਨਹੀਂ ਹੋ ਸਕਦਾ। ਇਹ ਕਦਮ ਜਿਹੜਾ ਚੱਕਿਆ ਗਿਆ ਸਤਕਾਰ ਕਮੇਟੀ ਵੱਲੋਂ, ਇਹ ਮੰਨ ਲਿਆ ਜਾਵੇ ਕਿ ਥੋੜ੍ਹਾ ਜਿਹਾ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਤੋਂ ਬਾਅਦ ਜਾਂ ਜੋ ਉਹਨਾਂ ਨੇ ਆਦੇਸ਼ ਦਿੱਤੇ ਉਹਦੇ ਤੋਂ ਬਾਅਦ ਸਤਕਾਰ ਕਮੇਟੀ 2 ਕਦਮ ਪਿੱਛੇ ਜਾ ਰਹੀ ਹੈ, ਜਾਂ ਆਪਣੀ ਕੀਤੀ ਹੋਈ ਗਲਤੀ ਸੁਧਾਰ ਰਹੀ ਹੈ, ਜਾਂ ਇਹਦੇ ਕਾਰਨ ਕੁਝ ਹੋਰ ਮੰਨਦੇ ਆ। ਦੇਖੋ ਜੀ, ਆਪਾਂ ਜਦੋਂ ਤੋਂ ਗੱਲਬਾਤ ਕਰਦੇ ਹਾਂ ਇਹੀ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਇੱਕ ਪੱਖ ਨੂੰ ਬਾਂਚਾਂਗੇ ਤੇ ਫਿਰ ਬਹੁਤ ਕੁਛ, ਜੇ ਇੱਕ ਪੱਖ ਸੁਣ ਕੇ ਜਿੱਦਾਂ ਜਥੇਦਾਰ ਜੀ ਨੇ ਫੈਸਲਾ ਦੇ ਦਿੱਤਾ ਤੇ ਫਿਰ ਤਾਂ ਕੋਈ ਵੀ ਦੁਨੀਆ ਦਾ ਕਾਨੂੰਨ ਆ ਹਿਊਮਨ ਬੀਇੰਗ ਦੇ ਵਿੱਚ ਜਾ ਕੇ ਤੁਸੀਂ ਜੇ ਇੱਕ ਪੱਖ ਹੀ ਵੇਖ ਕੇ ਸੁਣ ਕੇ, ਫਿਰ ਤਾਂ ਜੀ ਕਦੇ ਵੀ ਗੱਲ ਨਹੀਂ ਹੋ ਸਕਦੀ। ਫਿਰ ਇਹਨੂੰ ਅਸੀਂ ਉਹ ਮਨੂ ਸਿਮਰਤੀ ਤੇ ਲਾਗੂ ਕਹਿ ਸਕਦੇ ਹਾਂ, ਇਹਨੂੰ ਧਰਮ ਦਾ ਸਿਧਾਂਤ ਦਾ ਪ੍ਰਬੰਧ ਨਹੀਂ ਕਹਿ ਸਕਦੇ। ਜਿਹੜੀ ਗੱਲ ਆ ਜਾਂਦੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਲੰਧਰ ਵਾਲੇ ਸਰੂਪ ਦੀ, ਇਹ 2016 ਦੀ ਇੱਕ ਘਟਨਾ ਹੈਗੀ ਆ। 2016 'ਚ ਭਾਈ ਬਲਬੀਰ ਸਿੰਘ ਮੁੱਛਲ ਹੁਣੀ ਤੇ ਉਹਨਾਂ ਦੇ ਸਾਥੀ ਜਲੰਧਰ ਦੇ ਇੱਕ ਪਰਿਵਾਰ ਦੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆ, ਘਰ 'ਚ ਪਤਾ ਲੱਗਦਾ ਪ੍ਰਕਾਸ਼ਮਾਨ ਆ, ਤੇ ਉਹ ਉੱਥੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਵੀ ਕਰ ਰਹੇ ਆ, ਲਿਖਤ ਕਰ ਰਹੇ, ਹੋਰ ਅੰਗ ਮਤਲਬ ਨਵਾਂ ਸਰੂਪ ਵੀ ਲਿਖ ਰਹੇ ਆ ਇਸੇ ਹੀ ਸਰੂਪ ਤੋਂ ਦੇ, ਮਤਲਬ ਇਸ ਸਰੂਪ ਦੇ ਅਕੋਰਡਿੰਗ ਜੋ ਇਹਦੇ ਵਿੱਚ ਗੁਰਬਾਣੀ ਅੰਕਿਤ ਆ ਉਹ ਨਾਲ ਦੀ ਨਾਲ ਉਹ ਨਕਲ ਕਰੀ ਆ। ਹਾਂ, ਉਤਾਰਾ ਸ਼ਬਦ ਨਕਲ ਕਹਿਣਗੇ ਤੇ ਕਈਆਂ ਦੇ ਮਨ ਨੂੰ ਠੇਸ ਪਹੁੰਚ ਸਕਦੀ। ਇਹਨਾਂ ਨੇ ਜਾ ਕੇ ਜਦੋਂ ਪਤਾ ਕੀਤਾ, ਪਤਾ ਲੱਗਿਆ ਜਿਹੜੀ ਇਹਨਾਂ ਦੀ ਸੂਚਨਾ ਅਨੁਸਾਰ ਉਹਨਾਂ ਦੇ ਹੀ ਪਰਿਵਾਰ ਨੇ ਵਿਦੇਸ਼ ਵਿੱਚੋਂ ਫੋਨ ਕੀਤਾ ਸੀ ਕਿ ਸਾਡੇ ਪਰਿਵਾਰ ਕੋਲ ਆ, ਸਾਡਾ ਸ਼ਹੀਦ ਪਰਿਵਾਰ ਆ, ਸਾਡੇ ਘਰ ਵਿੱਚ ਜਿਹੜੀ ਇੱਦਾਂ ਕਰਕੇ ਊਣਤਾਈਆਂ ਆ, ਅਤੇ ਸਾਡੇ ਕੋਲੋਂ ਇਹ ਜਿਹੜੀ ਘੋਰ ਬੇਅਦਬੀ ਸਾਡਾ ਪਰਿਵਾਰ ਕਰ ਰਿਹਾ ਆ, ਅਤੇ ਤੁਸੀਂ ਉੱਥੋਂ ਜਾ ਕੇ ਸਰੂਪ ਦੀ ਸੇਵਾ ਕਰੋ। ਜਦੋਂ ਜਾ ਕੇ ਦੇਖਦੇ ਆ, ਉਹ ਲੜਕੇ ਨੇ ਵੀ ਮੰਨਿਆ ਹੈਗਾ ਕਿ ਹੋਇਆ, ਸਾਡੇ ਕੋਲ ਕਮੀਆਂ ਹੋ ਸਕਦੀਆਂ, ਪਰ ਖੁੱਲ੍ਹ ਦਿਲੀ ਨਾਲ ਮੰਨਣਾ ਚਾਹੀਦਾ ਵੀ ਸਾਡੇ ਘਰ 'ਚ ਕੀ ਸੀ। ਟੇਬਲ ਵਗੈਰਾ 'ਤੇ ਪ੍ਰਕਾਸ਼ ਸੀ, ਕਮਰੇ 'ਚ ਹੋਰ ਵੀ ਇੱਕ ਸਰੂਪ ਸੀ, ਨਾਲ ਕੋਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਇੱਕ ਤਾਂ ਫੋਟੋ ਲੱਗਣੀ ਹੋਰ ਹੁੰਦਾ, ਇੱਕ ਪੱਥਰ ਦੀ ਮੂਰਤੀ ਬਣਾ ਕੇ ਜਿਵੇਂ ਅੱਜ ਬਾਜ਼ਾਰਾਂ ਵਿੱਚ ਮਿਲ ਜਾਂਦੀਆਂ ਨੇ, ਹੈ ਨਾ, ਗਣੇਸ਼ ਜੀ ਦੀ ਮੂਰਤੀ ਮਿਲ ਗਈ, ਉਹ ਸੁਸ਼ੋਭਿਤ ਕਰ ਲਈ, ਜਾਂ ਮਾਤਾ ਜੀ ਦੀ, ਇੱਦਾਂ ਕਰਕੇ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਜਿੱਥੇ ਹੈਗਾ, ਹੋਰ ਕੋਈ ਆਜ਼ਾਦ ਆ, ਹਿੰਦੂ ਵੀਰ 6 ਤਿਲਕ ਲਾਵੇ, ਜਨੇਊ ਪਾਵੇ, ਧੋਤੀ ਲਾਵੇ, ਸਾਨੂੰ ਕੋਈ ਨਹੀਂ ਹੈਗਾ। ਮੁਸਲਮਾਨ ਸੁੰਨਤ ਕਰਾਉਣ ਆਪਦਾ, ਮਸੀਹ ਵਾਲੇ ਵੀਰ ਆਪਦਾ ਕਰਨ, ਸਾਨੂੰ ਉਹਨਾਂ ਕੋਈ ਇਤਰਾਜ਼ ਨਹੀਂ, ਪਰੰਤੂ ਇਤਰਾਜ਼ ਉੱਥੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਗੁਰਬਾਣੀ ਦਾ ਸਤਿਕਾਰ ਅਦਬ ਆ, ਉੱਥੇ ਜੇ ਕੋਈ ਇਹ ਗੱਲ ਕਰਦਾ ਆ ਤਾਂ ਉੱਥੇ ਵੈਲੈਂਸ ਖੜਾ ਹੋਣਾ ਹੋ ਜਾਂਦਾ ਆ, ਸੁਭਾਵਿਕ ਹੋ ਜਾਂਦਾ ਆ, ਕਿਉਂਕਿ ਧਰਮ ਨੂੰ ਠੇਸ ਪਹੁੰਚਦੀ ਆ ਜਦੋਂ ਕਿਸੇ ਦੀ ਆਸਥਾ ਨੂੰ। ਇਹ ਜਿਹੀ ਗੱਲ ਉੱਥੇ ਹੋ ਰਹੀ ਸੀ। ਇਹਨਾਂ ਨੇ ਉਹਨਾਂ ਕੋਲੋਂ ਮਹਾਰਾਜ ਸਾਹਿਬ ਦਾ ਸਰੂਪ ਲੈ ਆਂਦਾ, ਕਿਉਂਕਿ 4 ਸਾਲ ਪੁਰਾਣੀ ਗੱਲ ਆ। ਹੁਣ ਜਿਹਦਾ ਦਿਲ ਕਰਦਾ ਆ ਉਹ ਆਪਣੇ ਹਿਸਾਬ ਨਾਲ ਉਹਦੀ ਪੇਸ਼ਕਾਰੀ ਕਰ ਰਿਹਾ ਆ। ਹੁਣ ਕੀ ਹੁੰਦਾ ਕਿ ਸਰੂਪ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਗੁਰਦੁਆਰਾ ਸਾਹਿਬ ਤੁਹਾਡੇ ਜਲੰਧਰ ਜਾ ਕੇ ਪ੍ਰਕਾਸ਼ ਨਹੀਂ ਜੇ ਹੁੰਦਾ, ਪ੍ਰਕਾਸ਼ ਹੁੰਦਾ ਆ ਜਦੋਂ ਆਪਾਂ ਮੰਜੀ ਸਾਹਿਬ ਜਾਂ ਪੀੜਾ ਸਾਹਿਬ ਦੇ ਉੱਤੇ ਪ੍ਰਕਾਸ਼ ਕਰਦੇ ਹਾਂ ਅਤੇ ਨਿਤ ਪ੍ਰਤੀ ਸੰਗਤਾਂ ਆਉਂਦੀਆਂ ਅਤੇ ਦਰਸ਼ਨ ਕਰਦੀਆਂ। ਇੱਕ ਹੁੰਦਾ ਜਦੋਂ ਆਪਾਂ ਸੁਖਾਸਨ ਕਰਕੇ ਅਤੇ ਸੁਖਾਸਨ ਅਸਥਾਨ 'ਤੇ ਉਹਨਾਂ ਨੂੰ ਸੁਭਾਇਮਾਨ ਕਰ ਦਿੰਦੇ ਹਾਂ। ਨਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਸਾਹਿਬ ਇੱਥੇ ਜਲੰਧਰ ਪ੍ਰਕਾਸ਼ ਹੋਏ, ਨਾ ਹੀ ਸਤਿਕਾਰ ਕਮੇਟੀ ਕੋਲ ਜਾ ਕੇ ਪ੍ਰਕਾਸ਼ ਹੋਏ ਆ, ਉਹ ਸੁਖਾਸਨ ਹੀ ਰਹੇ ਆ।
ਜਿਹੜਾ ਪਰਿਵਾਰ ਕਹਿੰਦਾ ਨਾ ਗੁਰਦੁਆਰੇ 'ਚ ਪ੍ਰਕਾਸ਼ ਹੋ ਜਾਂਦੇ ਆ, ਹੋ ਸਕਦਾ ਤੇ ਇੱਥੇ ਕਿਉਂ ਨਹੀਂ। ਜਿਹੜਾ ਸਿਆਲਕਾ ਪਿੰਡ ਵਿੱਚ ਸ਼ਨੀਵਾਰ ਨੂੰ ਜਿਹਦੀ ਘਟਨਾ ਤੁਸੀਂ ਪ੍ਰਕਾਸ਼ ਕੀਤਾ ਗਿਆ ਸੀ, ਉਹਦਾ ਕੁਛ ਨਾ ਕੁਛ ਸਾਨੂੰ ਉਹਦੇ ਵਿੱਚੋਂ ਕਾਫੀ ਤਰ੍ਹਾਂ ਦੀਆਂ ਗੱਲਾਂ ਉੱਭਰ ਕੇ ਆਈਆਂ ਸੀਗੀਆਂ ਕਿ ਉਹਨਾਂ ਦੇ ਵਿੱਚ ਬਾਣੀ ਦੀਆਂ ਅਸ਼ੁੱਧੀਆਂ ਆ, ਕਈ ਤਰ੍ਹਾਂ ਦੀ ਤੋੜ ਮਰੋੜ ਆ, ਕਈ ਤਰ੍ਹਾਂ ਦੀ ਕੱਚੀ ਬਾਣੀ ਵੀ ਵਿੱਚ ਦਰਜ ਆ। ਉਹ ਕਲੈਰੀਫਿਕੇਸ਼ਨ ਕਰਨ ਵਾਸਤੇ ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਸੀਗੀ ਕਿ ਸੋਸ਼ਲ ਮੀਡੀਆ ਤੇ ਕੁਝ ਵੈਬਸਾਈਟਾਂ ਦੀ ਖਬਰ, ਕੁਝ ਦੀ, ਸਾਰਿਆਂ ਦੀ ਨਹੀਂ ਮੈਂ ਕਹੂੰਗਾ, ਉਹਨਾਂ ਨੇ ਇੱਕ ਤਰਫਾ ਗੱਲ ਸੁਣ ਕੇ ਇਹ ਲਿਖ ਦਿੱਤਾ ਸੀਗਾ ਕਿ 6 ਅੰਗ ਸੋਨੇ ਦੇ, ਤੇ ਕਈਆਂ ਨੇ ਤੇ ਅਫਵਾਹ ਵਿੱਚ ਇਹ ਵੀ ਗੱਲ ਕਰੀ ਸੀਗੀ ਕਿ 6 ਕਿਲੋ ਸੋਨਾ। ਜੇ ਹੁਣ 6 ਕਿਲੋ ਸੋਨਾ ਜਾਂ 6 ਅੰਗ ਸੋਨੇ ਦੇ ਆ ਤੇ ਫਿਰ ਤਾਂ ਸਤਿਕਾਰ ਕਮੇਟੀ ਨੇ ਬਹੁਤ ਵੱਡਾ ਜ਼ਿਆਦਾ ਉਹ ਇੱਕ ਤਰ੍ਹਾਂ ਦਾ ਬੇਸ਼ਕੀਮਤੀ ਦੁਨੀਆ ਦੇ ਕਹਿਣ ਅਨੁਸਾਰ, ਪਰ ਭੁੱਲੜ ਵੀਰਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸੋਨਾ ਆ ਨਾ ਇਹ ਨਾਸ਼ਵੰਤ ਆ। ਜਿਹੜਾ ਸੋਨਾ ਆ ਇਹ ਨਾਸ਼ਵੰਤ ਆ। ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਖਰ ਅੱਖਰ ਗੁਰਬਾਣੀ ਆ ਉਹ ਹੀਰਿਆਂ ਸੋਨਿਆਂ ਦੇ ਕੀਮਤ ਤੋਂ ਵੱਧ ਦੀ ਗੱਲ ਆ। ਉਹਨੂੰ ਨਹੀਂ ਸਮਝ ਸਕੇ, ਉਹ ਸੋਨਾ ਨਹੀਂ ਹੈ। ਮੈਨੂੰ ਖਿਮਾ ਕਰਿਓ, ਜਦੋਂ ਅਸੀਂ ਪਰਿਵਾਰ ਨਾਲ ਬੈਠੇ ਸੀ ਕਿਸੇ ਥਾਂ, ਉੱਥੇ ਗੱਲ ਚੱਲੀ ਵੀ ਸਰੂਪ ਕਿਵੇਂ, ਕਹਿੰਦੇ ਜੀ ਜਿਹੜੇ ਪਦ ਸਿੱਧ ਸਰੂਪ ਆ ਉਹਦੀ ਤਾਂ ਸਾਨੂੰ ਕੋਈ ਗੱਲ ਨਹੀਂ, ਉਹ ਤਾਂ 1500 ਦਾ ਜਿੱਥੋਂ ਮਰਜ਼ੀ ਲੈ ਆਈਏ, ਸਾਨੂੰ ਸਾਡੇ ਪੁਰਾਤਨ ਸਰੂਪ ਦੀ ਗੱਲ ਆ। ਇੱਥੋਂ ਸਾਨੂੰ ਪਤਾ ਲੱਗਦਾ ਵਾ ਕਿ ਅਸੀਂ ਕਿੰਨੇ ਕੁ ਸ਼ਰਧਕ ਹਾਂ, ਅਸੀਂ ਕੀ ਭਾਵਨਾ ਰੱਖਦੇ ਹਾਂ। ਜਿਹੜੇ ਦਮਦਮੀ ਬੀੜ ਜਿਹਨੂੰ ਕਿਹਾ ਜਾਂਦਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਅਖਵਾਉਣ ਦਾ ਹੱਕ ਆ, ਜਿਹਨੂੰ ਗੁਰਤਾ ਗੱਦੀ ਮਿਲੀ ਆ, ਉਹਦੇ ਵਾਸਤੇ ਸਾਡੇ ਸ਼ਬਦ ਆ ਵੀ 500-700 ਹਜ਼ਾਰ ਦਾ ਜਿੱਥੋਂ ਮਰਜ਼ੀ ਲੈ ਆਈਏ, ਉਹਦੀ ਸਾਨੂੰ ਨਹੀਂ, ਸਾਨੂੰ ਸਾਡਾ ਪੁਰਾਤਨ ਚਾਹੀਦਾ। ਇੱਥੇ ਵੱਡਾ ਸਵਾਲ ਜਿਹੜਾ ਆ ਜੀ ਵਾਪਸ ਕਰਤਾ। ਇੱਕ ਸਵਾਲ ਤਾਂ ਇਹ ਉੱਠਦਾ ਹੈ ਕਿ ਦੋ ਚੀਜ਼ਾਂ ਆ ਕਿ ਇੱਥੇ ਸਤਿਕਾਰ ਕਮੇਟੀ ਨੇ ਜਿਹੜਾ ਆ ਉਹ ਰਹਿਤ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖ ਕੇ ਪਹਿਲਾਂ ਉਹ ਕੰਮ ਕੀਤਾ ਤਾਂ ਕਰਕੇ ਵਾਪਸ ਕੀਤਾ, ਜਾਂ ਉਹਨਾਂ ਦੀਆਂ ਇਕੱਲੀਆਂ ਭਾਵਨਾਵਾਂ ਦੇਖੀਆਂ ਨੇ, ਜਾਂ ਰਹਿਤ ਮਰਿਆਦਾ ਦੀ ਜਿਹੜੀ ਆ ਉਹ ਜਿਹਦਾ ਕਰਕੇ ਸਤਿਕਾਰ ਕਮੇਟੀ ਹੋਣ ਚਾਹੁੰਦੀ ਆ, ਭਾਵਨਾਵਾਂ ਦੇ ਅੱਗੇ ਰਹਿਤ ਮਰਿਆਦਾ ਨੂੰ ਕਿਨਾਰੇ 'ਤੇ ਕਰ ਦਿੱਤਾ, ਬਾਵਜੂਦ ਇਸ ਦੇ ਕਿ ਤੁਹਾਡੇ ਕਹਿਣ ਦੇ ਮੁਤਾਬਕ ਵੀ ਅਸੀਂ ਜਿੰਨਾ ਕੁ ਦੇਖਿਆ ਉਹਨੂੰ, ਉਸ ਸਰੂਪ ਨੂੰ ਦੇਖਿਆ, ਜਿੰਨਾ ਕੁ TV ਦੇ ਰਾਹੀਂ ਦਿਖਾਇਆ ਗਿਆ, ਉਹਦੇ ਉੱਤੇ ਕੁਝ ਮਨਮਤੀਆਂ ਸੀ, ਕੁਝ ਅਲੱਗਾ ਸੀ ਜਿਹੜਾ ਅਸੀਂ ਰਹਿਤ ਮਰਿਆਦਾ ਦੇ ਵਿੱਚ ਨਹੀਂ ਕਬੂਲ ਕਰਦੇ ਆ, ਉਹਨੂੰ ਕਿਨਾਰੇ 'ਤੇ ਕਰ ਦਿੱਤਾ, ਭਾਵਨਾਵਾਂ ਨੂੰ ਪਹਿਲ ਦੇ ਆਧਾਰ 'ਤੇ ਰੱਖ ਲਿਆ। ਉਹਦੇ ਨਾ ਜੇ ਤੁਸੀਂ ਸਾਰੀ ਉਹ ਘਟਨਾਕ੍ਰਮ ਵਾਚਦੇ ਆ, ਮੀਡੀਆ ਦੇ 2 ਚੈਨਲ ਸੀ, ASP ਚੈਨਲ ਅਤੇ ਅਕਾਲ ਚੈਨਲ, ਸਾਰੇ ਉਹ ਕਵਰੇਜ ਉਹਨਾਂ ਨੇ ਕੀਤੀ ਮੌਕੇ 'ਤੇ। ਬਾਕੀ ਦੇ ਵੀਰ ਨਹੀਂ ਪਹੁੰਚ ਸਕੇ ਜਾਂ ਨਹੀਂ ਕੰਡਕਟ ਹੋ ਸਕਿਆ, ਸਾਡਾ ਤਾਂ ਮਨ ਸੀ ਸਾਰਾ, ਕਿਉਂਕਿ ਅਸੀਂ ਵੈਸੇ ਇਹ ਗੱਲ ਲਿਆਉਣੀ ਨਹੀਂ ਸੀ ਚਾਹੁੰਦੇ। ਚੈਨਲ 'ਤੇ ਲਿਆਉਣ ਦਾ ਸਾਡਾ ਕੰਮ ਇੱਕੋ ਇੱਕ ਮਕਸਦ ਸੀਗਾ ਕਿ ਜੇ 6 ਕਿਲੋ ਸੋਨਾ ਜੀ ਅਤੇ ਫਿਰ ਉਹਦੀ ਕੀਮਤ ਬਣਦੀ ਆ 3 ਕਰੋੜ 42 ਲੱਖ ਅੱਜ ਦੇ ਰੇਟ ਅਨੁਸਾਰ, ਜੋ ਮੈਂ ਕੈਲਕੂਲੇਸ਼ਨ ਕੀਤੀ ਹੈ। ਜੇ 3 ਕਰੋੜ 42 ਲੱਖ, ਫਿਰ ਸਤਿਕਾਰ ਕਮੇਟੀ ਤਾਂ ਭਾਈ ਆਪਦਾ ਘਰ-ਬਾਰ ਵੀ ਵੇਚ ਦਿੰਦੀ ਸਾਰੇ ਜਾਣੇ, ਅਤੇ ਸਾਡੇ ਕੋਲੋਂ 3.5 ਪੌਣੇ 4 ਕਰੋੜ ਰੁਪਈਆ ਇਕੱਠਾ ਨਹੀਂ ਸੀ ਹੋਣਾ ਜੀ। ਅਤੇ ਜਿਹੜੀ ਇਹ ਵੱਡੀ ਗੱਲ ਸੀਗੀ ਵੀ 2015 ਦੀ ਬੇਅਦਬੀ ਅਤੇ 267 ਸਰੂਪਾਂ ਵਾਲੀ ਗੱਲ, ਇਹ ਸਾਰੀ ਠੰਡੇ ਬਸਤੇ ਵਿੱਚ ਪੈ ਜਾਣੀ ਸੀਗੀ। ਅਤੇ ਸਤਿਕਾਰ ਕਮੇਟੀ ਵਾਲੀ ਗੱਲ ਜਿਹੜੀ ਉਠਾਈ ਵੀ ਇਹ ਤਾਂ ਗਈ, ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹੁੰਦਾ, ਇਹਦੇ ਇੱਕ ਪਿੱਛੇ ਪੋਲੀਟੀਕਲ ਵਬ ਵੀ ਬਹੁਤ ਬੜਾ ਸੀਗਾ ਕਿ ਇਹਨਾਂ ਨੂੰ ਟਾਰਗੇਟ, ਕਿਉਂਕਿ ਗੌਰੇ ਮਸਕੀਨ ਜੀ ਦਾ ਬੋਲਣਾ ਕਿ ਨਦੀਆਂ ਵਿੱਚ ਰੋੜ ਦਿੰਦੇ ਆ, ਦਰਿਆਵਾਂ ਵਿੱਚ ਰੋੜ ਦਿੰਦੇ ਆ, ਬੇਅਦਬੀਆਂ ਵਾਲਿਆਂ ਨੂੰ ਵੇਚ ਦਿੰਦੇ ਆ, ਇਹ ਇੱਕ ਸਾਈਨ ਸੀਗਾ। ਇਹ ਗੁਰੂ ਬਾਬਾ ਜੀ ਨੇ ਕਿਰਪਾ ਕੀਤੀ ਆ ਕਿ ਬਿਰਦਬਾਣੀ ਦੀ ਲਾਜ ਰੱਖੀ, ਸੱਚ 'ਤੇ ਚੱਲਣ ਵਾਲੇ ਸੀ, ਸੇਵਾ ਕਰਨ ਵਾਲੇ ਸੀ, ਕਿਰਤੀ ਲੋਕ ਸੀ, ਮਹਾਰਾਜ ਨੇ ਉਹਨਾਂ ਨੂੰ ਬਚਾਇਆ ਆ। ਆਪ ਕੋਈ ਬਹਾਨਾ ਬਣਾ ਕੇ ਧੰਨਵਾਦੀਆਂ ਪਰਿਵਾਰ ਦੇ ਜਿਨ੍ਹਾਂ ਨੇ ਇਹ ਗੱਲ ਜਾ ਕੇ ਉੱਥੇ ਪਹਿਚਾਣ ਲਈ। ਨਹੀਂ ਤਾਂ ਕਈ ਵਾਰ ਜੇ ਉਹ ਪਰਿਵਾਰ ਕਿਸੇ ਇਹੋ ਜਿਹੀ ਹਾਲਾਤ ਦੇ ਸ਼ਿਕਾਰ ਹੋ ਜਾਂਦਾ, ਜਾ ਕੇ ਕਹਿ ਦਿੰਦਾ ਕਿ ਸਰੂਪ ਨਹੀਂ ਸਾਡਾ ਜੀ, ਫਿਰ ਤਾਂ 6 ਕਿਲੋ ਸੋਨਾ ਦੇਣਾ ਪੈਣਾ ਸੀ ਜੀ। ਸੋਨੇ ਦੀ ਗੱਲ ਕਲੀਅਰ ਹੋ ਗਈ, ਪਰ ਮੇਰਾ ਸਵਾਲ ਫਿਰ ਉੱਥੇ ਹੀ ਆ, ਸਤਿਕਾਰ ਕਮੇਟੀ ਨੇ ਉੱਥੇ ਭਾਵਨਾਵਾਂ ਪਹਿਲੇ ਆਧਾਰ 'ਤੇ ਰੱਖੀਆਂ, ਆਪਣੀ ਇੱਜ਼ਤ ਬਚਾਉਣ ਦੀ ਕਹੀ ਕਿ ਆ ਸੋਨੇ ਦੀ ਜਿਹੜੇ ਆਰੋਪ ਲੱਗਦੇ ਉਹਦੇ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਨਾਰਾ ਕਰੀਏ, ਜਾਂ ਸਿਧਾਂਤਾਂ ਨੂੰ ਵੀ ਉੱਥੇ ਤਲਾਂਜਲੀ ਦਿੱਤੀ ਹੈ। ਇੱਕ ਸਵਾਲ ਇੱਕ ਕਲੀਅਰ ਹੁੰਦਾ ਨਾ। ਹੁਣ ਗੱਲਾਂ 2 ਸੀਗੀਆਂ, ਫਿਰ ਇੱਕ ਹੋ ਗਏ, ਇੱਕ ਮੈਂ ਹੁਣ ਕਰ ਦਿੰਦਾ। ਹੁਣ ਉੱਥੇ ਕੀ ਹੁੰਦਾ, ਤੁਸੀਂ ਉਹ ਸਾਰੀ ਨੂੰ ਫਿਰ ਵਾਚ ਲਿਓ। ਅਸੀਂ ਚਲੋ ਹਰਪ੍ਰੀਤ ਸਿੰਘ ਮਖੂ ਹੁਣੀ ਜਿੱਥੇ ਐਂਕਰ ਆ, ਉੱਥੇ ਧਰਮ ਪ੍ਰਚਾਰ ਦਾ
ਵੀ ਬੜਾ ਵੱਡਾ ਉਹਨਾਂ ਦਾ ਪ੍ਰਚਾਰ ਦਾ ਹੈ। ਉਹਨਾਂ ਨੇ ਉਹਦੇ ਦਰਸ਼ਨ ਕੀਤੇ ਉਸ ਸਰੂਪ ਦੇ। ਫਿਰ ਸਾਡੇ ਸਿੰਘਾਂ ਨੇ ਕੋਸ਼ਿਸ਼ ਕੀਤੀ ਵੀ ਧਰਮ ਪ੍ਰਚਾਰ ਕਮੇਟੀ ਨਾਲ ਵੀ ਸੰਪਰਕ ਕੀਤਾ ਜਾਵੇ ਜੀ। ਅਕਾਲ ਤਖਤ ਸਾਹਿਬ ਤੋਂ ਜਾਂ ਧਰਮ ਪ੍ਰਚਾਰ ਕਮੇਟੀ ਤੋਂ ਭਾਈ ਗੁਰਦੇਵ ਸਿੰਘ ਜੀ ਹੁਣੀ ਆਏ, ਉਹਨਾਂ ਨੇ ਵੀ ਦਰਸ਼ਨ ਕੀਤੇ। ਉਹਨਾਂ ਨੇ ਕਿਹਾ ਵੀ ਇਹ ਸਰੂਪ ਜਿਹੜਾ ਪ੍ਰਕਾਸ਼ ਹੋਣ ਯੋਗ ਨਹੀਂ ਹੈਗਾ, ਇਹਦੇ ਵਿੱਚ ਬਹੁਤ ਅਸ਼ੁੱਧੀਆਂ ਆ ਅਤੇ ਇਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਣਾ ਚਾਹੀਦਾ ਜੀ। ਹੁਣ ਸਤਿਕਾਰ ਕਮੇਟੀ ਇੱਥੇ ਕੋਈ ਧਿਰ ਨਹੀਂ ਸੀ। ਸਤਿਕਾਰ ਕਮੇਟੀ ਦਾ ਇਹ ਸੀ ਵੀ ਜੋ ਪਰਿਵਾਰ ਅਤੇ ਧਰਮ ਪ੍ਰਚਾਰ ਜਾਂ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ ਉਹ ਸਾਨੂੰ ਮਨਜ਼ੂਰ ਆ ਜੀ। ਅਤੇ ਸਾਡੇ ਲਈ ਉੱਥੇ ਵੇਖਣ ਵਾਲੀ ਵੀ ਗੱਲ ਇਹ ਸੀਗੀ ਕਿ ਸਾਨੂੰ ਤਾਂ ਗਲਤ ਕਿਹਾ ਹੀ ਜਾ ਰਿਹਾ ਕਿ ਲੈ ਆਉਂਦੇ ਆ ਜੀ, ਧੱਕਾ ਕਰਦੇ ਆ ਜੀ, ਉੱਥੋਂ ਲੈ ਆਏ ਜੀ, ਉੱਥੇ ਮਰਜ਼ਾਦਾ ਸੀ, ਭਾਵਨਾਵਾਂ ਨਾਲ ਖਿਲਵਾੜ ਕੀਤਾ ਜੀ, ਭਾਵਨਾਵਾਂ ਨਹੀਂ ਠੀਕ ਹੈਗੀਆਂ ਜੀ, ਸਿਧਾਂਤ ਅਤੇ ਭਾਵਨਾਵਾਂ ਦਾ ਸੁਮੇਲ ਰੱਖਣਾ ਚਾਹੀਦਾ, ਇਹ ਸਟੇਟਮੈਂਟਾਂ ਆਉਂਦੀਆਂ ਨਾ। ਉਹ ਫਿਰ ਪਰਿਵਾਰ ਦੀ ਅਤੇ ਭਾਈ ਸਾਹਿਬ ਜਿਹੜੇ ਪ੍ਰਚਾਰਕ ਆਏ ਆ ਉਹਨਾਂ ਦੀ ਡਿਸਕਸ਼ਨ ਹੁੰਦੀ ਆ ਜੀ, ਲੰਮੀ ਡਿਸਕਸ਼ਨ ਹੁੰਦੀ ਆ। ਸਾਨੂੰ ਪੁੱਛਿਆ ਜਾਂਦਾ, ਅਸੀਂ ਕਿਹਾ ਦੇਖੋ ਜੀ ਅਸੀਂ ਤਾਂ ਜੇ ਅਕਾਲ ਤਖਤ ਸਾਹਿਬ ਲੈ ਜਾਂਦੇ ਹੋ ਸਾਨੂੰ ਤਾਂ ਵੀ ਕੋਈ ਇਤਰਾਜ਼ ਨਹੀਂ, ਜੇ ਤੁਸੀਂ ਪਰਿਵਾਰ ਨੂੰ ਆਗਿਆ ਦੇ ਦਿੰਦੇ ਸਾਨੂੰ ਤਾਂ ਵੀ ਕੋਈ ਇਤਰਾਜ਼ ਨਹੀਂ, ਕਿਉਂਕਿ ਹੁਣ ਤੁਸੀਂ ਹੋ, ਤੁਸੀਂ ਸਾਡੀ ਤਾਂ ਕੋਈ ਮਾਨਤਾ ਨਹੀਂ, ਤੁਹਾਡੇ ਕੋਲ ਮਾਨਤਾ ਵੀ ਹੈ, ਤੁਸੀਂ ਭੇਜੇ ਹੋਏ ਨੁਮਾਇੰਦੇ ਵੀ ਹੋ, ਚੁਣੀ ਹੋਏ ਜਥੇਬੰਦੀ ਦੇ, ਅਤੇ ਸਿੰਘ ਸਾਹਿਬ ਦੀ ਨਜ਼ਰ 'ਚ ਵੀ ਤੁਸੀਂ ਪਾਕ ਪਵਿੱਤਰ ਹੋ, ਅਤੇ ਤੁਸੀਂ ਆਏ ਹੋ, ਤੁਹਾਡੇ ਕਹਿਣ 'ਤੇ ਜੋ ਵੀ ਹੋ ਜਾਣਾ ਅਸੀਂ ਤਾਂ ਉਹਨੂੰ ਸੱਤ ਕਰਕੇ ਮੰਨ ਲੈਣਾ। ਚਲੋ ਜੀ, ਉਹ ਸਾਰਾ ਹੋਣ ਤੋਂ ਬਾਅਦ ਉਹਨਾਂ ਨੇ ਪਰਿਵਾਰ ਨੂੰ ਇਹ ਜਿਹੜੇ ਸਰੂਪ ਜਿਹੜੇ ਅਧੂਰੇ ਸਰੂਪ ਕਹਿ ਲਓ ਜਾਂ ਨਾ ਇੱਕ ਖਾਰੀ ਬੀੜ ਕਹਿ ਲਓ ਵੀ ਜਿਹੜੀ ਸੰਪੂਰਨਤਾ ਤੋਂ ਵਾਂਝੀ, ਜਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਨਾਲ ਮੇਲ ਖਾਂਦੀ ਬਾਣੀ ਨਾ ਹੋਣ ਵਾਲੀ ਬੀੜ, ਜਿਹਦੇ ਵਿੱਚ ਹਿੰਦੂ ਵੀਰਾਂ ਦਾ ਉਹ ਜਿਹੜਾ ਇੱਕ ਨਿਸ਼ਾਨ ਵੀ ਲੱਗੇ ਸਵਾਸਤਿਕਾ, ਹਾਂਜੀ ਸਵਾਸਤਿਕਾ, ਅਤੇ ਦੂਸਰਾ ਇੱਕ ਰਾਜਾ ਸ਼ਿਵਨਾਬ ਦੀ ਵਿੱਚ ਗਾਥਾ, ਫਿਰ ਗੁਰਬਾਣੀ ਦਾ ਉਲਟ ਪੁਲਟ ਹੋਣਾ, ਸਿਹਾਰੀਆਂ ਬਿਹਾਰੀਆਂ ਦੀ ਕੀ ਸ਼ਬਦਾਂ ਦੀ, ਜਿੱਦਾਂ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਤੁਸੀਂ ਵੀ ਸੁਣਿਆ ਹੋਊਗਾ, ਉਹਦੇ 'ਚ ਸੀਗਾ ਏਕ ਪਿਤਾ ਏਕਸ ਗੁਰਮਾਤਾ, ਵੱਡਾ ਫਰਕ ਅਰਥਾਂ ਦਾ ਅਨਰਥ। ਇਹ ਅੱਗੇ ਜਾ ਕੇ ਜੇ ਤੁਸੀਂ ਮੈਨੂੰ ਸਵਾਲ ਕਰਨਾ ਚਾਹੋਗੇ ਤਾਂ ਮੈਂ ਦੱਸੂਗਾ ਵੀ ਇਹਦਾ ਕਾਰਨ ਕੀ ਹੈ, ਇਹਦੇ ਪਿੱਛੇ ਕੀ ਸੀ, ਜੇ ਤੁਸੀਂ ਚਾਹੋਗੇ ਤਾਂ। ਹੁਣ ਆਪਣੀ ਗੱਲ ਹੈਗੀ ਹੈ ਕਿ ਤੁਸੀਂ ਕਹਿੰਦੇ ਕਿ ਤੁਸੀਂ ਦਿੱਤਾ, ਤੁਸੀਂ ਸਾਡੇ ਮੂੰਹ ਵਿੱਚ ਇਹ ਗੱਲ ਨਾ ਪਾਓ। ਇਹ ਹੁਣ ਭਾਈ ਗੁਰਦੇਵ ਸਿੰਘ ਹੁਣੀ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਜਾਂ ਧਰਮ ਪ੍ਰਚਾਰ ਕਮੇਟੀ ਜਵਾਬ ਦੇਵੇ ਵੀ ਜੇ ਉਹ ਸਰੂਪ ਪ੍ਰਕਾਸ਼ ਹੋਣ ਦੇ ਯੋਗ ਨਹੀਂ ਸੀਗਾ, ਉਹਦੇ 'ਚ ਖਾਮੀਆਂ ਸੀਗੀਆਂ, ਫਿਰ ਪਰਿਵਾਰ ਨੂੰ ਕਿਉਂ ਦਿੱਤਾ ਗਿਆ? ਉਹਨਾਂ ਨੇ ਦਿੱਤਾ, ਅਸੀਂ ਨਹੀਂ ਦਿੱਤਾ। ਅਸੀਂ ਤਾਂ ਉੱਥੇ ਸਾਡਾ ਇਹ ਸੀਗਾ ਕਿ ਸਰੂਪ ਦਾ ਕਿੰਨਾ ਸੋਨਾ ਆ ਇਹਨਾਂ ਦਾ ਲੱਗਾ ਜਾਂ ਕੀ ਹੈਗਾ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਮੀਡੀਆ ਦੇ ਸਾਹਮਣੇ ਪਰਿਵਾਰ ਨੇ ਮੰਨ ਲਿਆ ਵੀ ਸਰੂਪ ਸਾਡਾ ਆ, ਸੋਨਾ ਕੋਈ ਨਹੀਂ ਹੈਗਾ। ਉਹਦੇ ਸਰੂਪ ਦੇ ਪਿਛਲੇ ਬੰਨੇ ਵੀ ਲਿਖਿਆ ਹੋਇਆ ਸ਼ਾਹੀ ਬਨਾਮਣ ਕੀ ਵਿਧ, ਇੱਕ ਰਤੀ ਸੋਨਾ ਪਾਇਆ ਗਿਆ ਵਾ। ਇੱਕ ਰਤੀ ਕਿੰਨੀ ਕੁ ਹੁੰਦੀ ਆ ਤੁਸੀਂ ਵੀ ਜਾਣਦੇ ਆ, ਅਸੀਂ ਵੀ ਜਾਣਦੇ, ਸਾਰੇ ਜਾਣਦੇ। ਸੁਨਿਆਰੇ ਵੀਰ ਵੱਧ ਦੱਸ ਸਕਦੇ ਕਿ ਇੱਕ ਰਤੀ ਕਿੰਨੀ ਹੁੰਦੀ ਆ। ਇੱਕ ਰਤੀ ਨੂੰ 6 ਕਿਲੋ ਜਾਂ 6 ਅੰਗ ਬਣਾਉਣਾ, ਜਿਨ੍ਹਾਂ ਨੇ ਬਣਾਇਆ ਅੱਜ ਉਹਨਾਂ ਨੂੰ ਜਵਾਬ ਮਿਲ ਗਿਆ ਹੋਇਆ। ਬਹੁਤ ਚਰਚਾ ਕੀਤੀ ਜਾ ਸਕਦੀ ਆ ਉਸ ਬੀੜ ਦੇ ਸੰਬੰਧ ਦੇ ਵਿੱਚ, ਕਿਉਂਕਿ ਉਹਦੇ 'ਤੇ ਬਹੁਤ ਕੁਝ ਹੋ ਚੁੱਕਾ। ਤੁਸੀਂ ਉਦੋਂ ਸਪਸ਼ਟ ਕਰ ਦਿੱਤਾ, ਇਸ ਕਰਕੇ ਆਪਾਂ ਦੁਹਰਾਈ ਨਾ ਵੀ ਕਰੀਏ ਤਾਂ ਮੇਰਾ ਖਿਆਲ ਹੈ ਕਿ ਬਹੁਤ ਕੁਝ ਪਹੁੰਚ ਚੁੱਕਾ ਹੈ ਸਿੱਖ ਸੰਗਤ ਦੇ ਵਿੱਚ। ਅਸੀਂ ਉਹਨੂੰ ਮੰਨਦੇ ਹਾਂ ਕਿ ਅਧੂਰੀ ਹੈ, ਜਿੱਦਾਂ ਤੁਸੀਂ ਕਹਿੰਦੇ ਖਾਰੀ ਬੀੜ ਆ, ਉਹਨੂੰ ਕਿਹਾ ਜਾ ਸਕਦਾ ਹੈ। ਪਰ ਪ੍ਰਿੰਸੀਪਲ ਜਸਵੰਤ ਸਿੰਘ ਹੋਰਾਂ ਦੇ ਘਰੋਂ ਜਿਹੜੀ ਬੀੜ ਚੱਕੀ ਗਈ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੱਕਿਆ ਗਿਆ, ਉਹਨਾਂ ਨਾਲ ਜਿੰਨੀ ਕੋਈ ਗੱਲ ਹੋਈ ਹੈ, ਜਦੋਂ ਉਹਨਾਂ ਨੂੰ ਦੇਖਦੇ ਹਾਂ ਅਸੀਂ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਦੇ ਵਿੱਚ ਲੈਕਚਰਾਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ, ਖਾਲਸਾ ਕਾਲਜ ਦੇ ਵਿੱਚ ਪ੍ਰਿੰਸੀਪਲ ਦੇ ਤੌਰ 'ਤੇ ਰਿਟਾਇਰ ਹੋਇਆ, ਉਹਦੇ 'ਤੇ ਖੋਜ ਕਰਦੇ ਆ, ਪਰਚੇ ਲਿਖੇ ਜਾਂਦੇ ਆ ਗੁਰਬਾਣੀ ਦੇ ਉੱਤੇ ਉਹਨਾਂ ਵੱਲੋਂ, ਅਤੇ ਉਹ ਰਹਿਤ ਮਰਿਆਦਾ ਉਹ ਕਹਿੰਦੇ ਮੈਂ ਪੂਰੀ ਕਰਦਾ, ਬਾਵਜੂਦ ਇਸ ਦੇ ਉਹ ਕਹਿੰਦੇ ਮਿੰਨਤਾਂ ਪਾਉਣ ਦੇ ਬਾਵਜੂਦ ਵੀ ਜਿਹੜਾ ਉਹ ਜ਼ਬਰਦਸਤੀ ਚੱਕ ਕੇ ਲਿਆ ਜਾਂਦਾ। ਲੱਗਦਾ ਨਹੀਂ ਕਿ ਜੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਬੀੜ ਦੇ ਮਾਮਲੇ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਅਤੇ ਜਦੋਂ ਤੁਸੀਂ ਕਿਤੇ ਲੱਗਦਾ ਕਿ ਰਹਿਤ ਮਰਿਆਦਾ ਭੰਗ ਕੀਤੀ ਜਾ ਰਹੀ ਆ, ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੂਚਨਾ ਦੇ ਦਿੱਤੀ ਜਾਵੇ ਕਿ ਫਲਾਨੀ ਜਗ੍ਹਾ ਆਹ ਕੁਝ ਹੋ ਰਿਹਾ, ਅਸੀਂ ਜਾ ਰਹੇ ਹਾਂ, ਕੋਈ ਆਪਣਾ ਨੁਮਾਇੰਦਾ ਭੇਜੋ ਤਾਂ ਕਿ ਇੱਦਾਂ ਹੀ ਮਿਲ ਬੈਠ ਕੇ ਗੱਲ ਜਿਹੜੀ ਆ ਉਹ ਹੋਵੇ। ਜੇ ਉੱਥੋਂ ਸਰੂਪ ਚੱਕਣਾ ਤਾਂ ਚੱਕ ਲਿਆ ਜਾਵੇ, ਜੇ ਛੱਡਣਾ ਹੈ ਤਾਂ ਛੱਡ ਦਿੱਤਾ ਜਾਵੇ।
ਹੋਣਾ ਇਹ ਅਜਿਹਾ ਹੀ ਚਾਹੀਦਾ ਹੈ ਜੋ ਤੁਸੀਂ ਕਹਿ ਰਹੇ ਆ। ਮੈਂ ਇਹਦੇ ਨਾਲ 100% ਨਹੀਂ 110% ਸਹਿਮਤ ਹਾਂ ਜੀ। ਪਰੰਤੂ ਇੱਥੇ ਕੋਈ ਜੇ ਫਰਿਆਦ ਸੁਣੇ ਤਾਂ ਤਾਂ ਹੀ ਆ ਨਾ। ਇਹ ਤਾਂ ਹੁਣ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਸੀਗਾ। ਇਹ ਜਿਹੜੇ ਅਕਾਲ ਤਖਤ ਸਾਹਿਬ ਤੋਂ ਸ਼ਨੀਵਾਰ ਵੀਰਾਂ ਦਾ ਆਉਣਾ, ਉਹ ਕਈ ਤਰ੍ਹਾਂ ਚਲੋ ਆਏ, ਉਹਨਾਂ ਦਾ ਜੀ ਆਇਆਂ, ਪਰ ਇਹ ਵੀ ਸੀਗਾ ਇੱਕ ਤਰ੍ਹਾਂ ਨਾਲ ਵੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਲਿਜਾ ਕੇ ਇਹ ਦਰਸਾਉਣਾ ਕਿ ਅਸੀਂ ਸਤਿਕਾਰ ਕਮੇਟੀ ਕੋਲ ਲੈ ਕੇ ਆਂਦਾ। ਪਰ ਹੁਣ ਉਹਨਾਂ ਦਾ ਫੈਸਲਾ, ਉਹਨਾਂ ਦੀ ਉਹ ਜਾਣੇ। ਹੁਣ ਰਹਿ ਗਈ ਪ੍ਰੋਫੈਸਰ ਸਾਹਿਬ ਉਹਨਾਂ ਦੀ ਗੱਲ। ਦੇਖੋ, ਜਥੇਬੰਦੀ ਵਿੱਚ ਵਿਚਰਨ ਵਾਲੇ ਵੀਰ ਹਰ ਇੱਕ ਤਰ੍ਹਾਂ ਦਾ ਸੁਭਾਅ ਰੱਖਦੇ ਨੇ। ਮੇਰਾ ਮੰਨਣਾ ਕਿ ਮੈਂ ਸੁਖਜੀਤ ਸਿੰਘ ਜਿਹੜਾ ਘਰ ਵਿੱਚ ਜਿਹੜੀ ਰਹਿਤਾ ਮਰਜ਼ਾਦਾ, ਅਸੀਂ ਦਮਦਮੀ ਟਕਸਾਲ ਦੇ ਸਿਧਾਂਤ ਅਨੁਸਾਰ ਸ਼ਖਸੀ ਰਹਿਣੀ ਉਹ ਜੀਂਦੇ ਹਾਂ ਜੀ। ਪਰ ਜਿਹੜੀ ਸਾਡੀ ਪੰਥਕ ਰਹਿਣੀ ਆ, ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਆ। ਪੰਥਕ ਰਹਿਣੀ ਅਨੁਸਾਰ ਪ੍ਰੋਫੈਸਰ ਸਾਹਿਬ ਕਾਫੀ ਠੀਕ ਸੀ ਜੀ। ਪਰੰਤੂ ਜਿਹੜਾ ਉਹਨਾਂ ਦਾ ਸੀਗਾ ਕਿ 3-3 ਮਹੀਨੇ ਘਰ ਤੋਂ ਦੂਰ ਰਹਿਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ, ਦੇਖੋ ਆਪਾਂ ਬੇਅਦਬੀਆਂ ਦਾ ਦੌਰ ਚੱਲਦਾ, ਇਹ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ। ਉੱਥੇ ਵੀ ਕਿਤੇ ਨਾ ਕਿਤੇ ਕੰਟਰੋਵਰਸੀ ਹੋਈ ਆ। ਉਹ ਜਿਹੜੀ ਸਰੂਪ ਨੂੰ ਲੈ ਕੇ ਜਾਣਾ ਮੈਂ ਖੁਦ ਵਾਜਬ ਨਹੀਂ ਸਮਝਦਾ। ਉਹ ਸਰੂਪ ਪ੍ਰਿੰਸੀਪਲ ਸਾਹਿਬ ਦੇ ਘਰ ਤੋਂ ਉਹਨਾਂ ਦੇ ਪਿੰਡ ਦੇ ਗੁਰਦੁਆਰੇ 'ਚ ਸੁਭਾਈਮਾਨ ਕੀਤਾ ਜਾਣਾ ਚਾਹੀਦਾ ਸੀ। ਅਤੇ ਜਿਹੜੀਆਂ ਖਾਮੀਆਂ ਸੀ ਉਹਨਾਂ ਨੂੰ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਨਾਲ ਮਿਲ ਬੈਠ ਕੇ ਵਿਚਾਰ ਕਰਕੇ ਉਹਨਾਂ ਨੂੰ ਫਿਰ ਉਹ ਸੌਂਪ ਦੇਣਾ ਚਾਹੀਦਾ ਸੀਗਾ। ਉਹਨਾਂ ਨੂੰ ਮਤਲਬ ਸੁਸ਼ੋਭਿਤ ਕਰਵਾ ਦੇਣਾ ਚਾਹੀਦਾ ਸੀਗਾ। ਅਤੇ ਇਹਦਾ ਇੱਕ ਗੱਲ ਮੰਨ ਲਈ ਜਾਵੇ ਕਿ ਸਤਿਕਾਰ ਕਮੇਟੀ ਖੁਦ ਮੰਨਦੀ ਹੈ ਕਿ ਉਹਦਾ ਇਹ ਮਰਿਆਦਾ ਕਾਇਮ ਕਰਨ ਲਈ ਅਪਣਾਇਆ ਜਾਣ ਵਾਲਾ ਤਰੀਕਾ ਵੀ ਕਿਤੇ ਨਾ ਕਿਤੇ ਜਿਹੜਾ ਉਹ ਗਲਤ ਹੋ ਜਾਂਦਾ, ਉਹਦੇ ਵਿੱਚ ਵੀ ਸੁਧਾਰ ਹੋਣ ਦੀ ਜ਼ਰੂਰਤ ਹੈ। ਦੇਖੋ, ਮੈਂ ਜਦੋਂ ਤੋਂ ਸ਼ੁਰੂ ਹੋਏ ਆ, ਮੈਂ ਕਦੇ ਵੀ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਮਨੁੱਖ ਆ ਨਾ। ਅਤੇ ਜੇ ਮੈਂ ਕਹਾਂ ਨਹੀਂ ਜੀ ਨਹੀਂ, ਠੀਕ ਹੀ ਕੀਤਾ, ਅਤੇ ਸੰਗਤ ਤਾਂ ਜਾਣਦੀ ਹੈ ਨਾ। ਜੇ ਸੰਗਤ ਵੀ ਚਲੋ ਕਿਸੇ ਤਰ੍ਹਾਂ ਨਾ ਕੋਈ ਬੋਲੇ, ਅਤੇ ਫਿਰ ਗੁਰੂ ਤਾਂ ਜਾਣਦਾ ਨਾ, ਲੇਖਾ ਤਾਂ ਦੇਣਾ ਨਾ। ਇਹ ਨਹੀਂ ਕਿਹਾ ਜਾ ਸਕਦਾ ਕਿ 100 ਦਾ 100% ਜਿਹੜੀ ਪ੍ਰੋਫੈਸਰ ਸਾਹਿਬ ਦੇ ਘਰੇ ਗੱਲ ਠੀਕ ਸੀ, ਨਹੀਂ ਜੀ। ਕਿਉਂਕਿ ਜੇ ਸੁੱਖ ਆਸਣ ਦੀ ਗੱਲ ਆ, ਹੁਣ ਕਈਆਂ ਵੀਰਾਂ ਨੇ ਸਵਾਲ ਚੁੱਕੇ ਜੀ ਇੱਦਾਂ ਨਹੀਂ ਹੈ। ਹੁਣ ਸ੍ਰੀ ਦਰਬਾਰ ਸਾਹਿਬ ਮਹਾਰਾਜ ਦਾ ਸਰੂਪ ਕੋਠਾ ਸਾਹਿਬ ਜਾਂਦਾ ਜੀ ਸੁੱਖ ਆਸਣ ਲਈ। ਜੇ ਪਿੰਡ ਵਿੱਚ ਗੁਰਦੁਆਰੇ ਬਣੇ ਆ, ਤੁਸੀਂ ਦੇਖਦੇ ਹੋ ਰਾਤ ਸੁੱਖ ਆਸਣ ਹੁੰਦਾ, ਦਿਨੇ ਪ੍ਰਕਾਸ਼ ਹੁੰਦਾ। ਫਿਰ ਇਹ ਤੋਂ ਹਟ ਕੇ ਵੀ ਪ੍ਰੋਫੈਸਰ ਸਾਹਿਬ ਤੇ 3-3 ਮਹੀਨੇ ਬਾਹਰ ਚਲ ਜਾਂਦੇ ਆ। ਫਿਰ ਸਰੂਪ ਕਿਹਦੀ ਜ਼ਿੰਮੇਵਾਰੀ 'ਚ ਆ? ਉਦੋਂ ਉਹ ਗੁਰਦੁਆਰਾ ਸਾਹਿਬ ਹੀ ਸੁਭਾਈਮਾਨ ਕਰ ਜਾਂਦੇ ਜੀ। ਅਤੇ ਮੇਰਾ ਖਿਆਲ ਇਹ ਗੱਲ ਨਹੀਂ ਹੁੰਦੀ, ਇੱਕ ਪੱਖ ਤੋਂ ਨਹੀਂ ਹੋਈ। ਆਹ ਦੇਖੋ, 2 ਹੱਥਾਂ ਨਾਲ ਹੀ ਗੱਲ ਬਣੀ ਆ। ਇਹਨੂੰ ਕਿੰਨੇ % ਕਿਹਦਾ ਆ ਕਸੂਰ, ਕਿੰਨੇ % ਕੌਣ ਗੁਰਮਤਿ ਤੋਂ ਥਿੜਕਿਆ ਆ, ਇਹ ਸੰਗਤ ਨੇ ਫੈਸਲਾ ਕਰਨਾ। ਮੈਂ ਆਪਣੀ ਗੱਲ ਰੱਖ ਦਿੱਤੀ ਆ, ਪ੍ਰੋਫੈਸਰ ਸਾਹਿਬ ਨੇ ਆਪਣੀ ਗੱਲ ਰੱਖ ਦਿੱਤੀ। ਵੈਸੇ ਮੇਰੀ ਪਰਸਨਲ ਤੌਰ ਦੇ ਉੱਤੇ ਪ੍ਰੋਫੈਸਰ ਸਾਹਿਬ ਨਾਲ ਉਸੇ ਹੀ ਰਾਤ ਗੱਲ ਹੋਈ। ਉਹਨਾਂ ਦੇ ਬੇਟੇ ਨੇ ਵੀ ਮੇਰੇ ਨਾਲ ਗੱਲ ਕੀਤੀ। ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਸੀ ਕਿ ਇਹ ਜਿਹੜੀ ਗੱਲ ਹੈਗੀ ਆ, ਤੁਸੀਂ ਕੋਈ ਨਹੀਂ, ਜੇ ਹੋ ਗਿਆ ਹੈਗਾ ਹੁਣ ਕੁਝ ਵੀਰਾਂ ਵੱਲੋਂ ਇੱਦਾਂ, ਜਾਂ ਤੁਹਾਡਾ ਆਪਸ ਵਿੱਚ ਬੈਠ ਕੇ ਕਿਸੇ ਤਰ੍ਹਾਂ ਦਾ ਡਿਸਟ੍ਰੀਬਿਊਟ ਹੋ ਗਿਆ, ਇਹਦਾ ਆਪਾਂ ਹੱਲ ਕਰ ਲਾਂਗੇ, ਤੁਸੀਂ ਘਬਰਾਓ ਨਾ। ਅਤੇ ਸੁੱਖ ਆਸਣ ਦੀ ਗੱਲ ਕਰੋ। ਉਹਨਾਂ ਨੇ ਕਰਤਾਰਪੁਰ ਸਾਹਿਬ ਸੁੱਖ ਆਸਣ ਬਣਨ ਵਾਸਤੇ ਦਿੱਤਾ। 25 ਤਰੀਕ ਨੂੰ ਮੇਰਾ ਖਿਆਲ ਅਗਸਤ ਨੂੰ ਸੁੱਖ ਆਸਣ ਉਹਨਾਂ ਨੂੰ ਮਿਲਣਾ ਹੈਗਾ। ਅਤੇ ਜੇ ਮੇਰੇ ਨਾਲ ਰਾਬਤਾ ਕਾਇਮ ਕਰਨਗੇ ਅਤੇ ਜ਼ਰੂਰ ਅਸੀਂ ਉਹਦੇ 'ਤੇ ਕੋਈ ਗੱਲ ਕਰਾਂਗੇ। ਅਤੇ ਜੇ ਉਹ ਨਹੀਂ ਰਾਬਤਾ ਕਾਇਮ ਕਰਦੇ ਜਾਂ ਕਿਵੇਂ ਕਰਦੇ ਆ, ਕਿਉਂਕਿ ਉਹਨਾਂ ਦੀ ਵਿਦਵਤਾ ਦੇ ਉੱਤੇ, ਉਹਨਾਂ ਦੇ ਇਹ ਲੰਮਾ ਸਮਾਂ ਜਿਹੜੀ ਉਹਨਾਂ ਨੇ ਟੀਚਿੰਗ ਦਿੱਤੀ ਆ, ਜੋ ਉਹਨਾਂ ਨੇ ਸਾਹਿਤ ਲਿਖਿਆ ਆ, ਉਹਦੀ ਕੌਮ ਰਿਣੀ ਰਹੂਗੀ। ਜਿਹੜਾ ਜੋ ਕਿਸੇ ਗੁਰਮੁਖ ਪਿਆਰੇ ਨੇ ਕੀਤਾ ਆ, ਕਿਉਂਕਿ ਵੇਖੋ ਮੇਰਾ ਤਾਂ ਜਨਮ ਹੀ ਹੈਗਾ 1974 ਦਾ। ਉਹ 1976 ਦਾ ਪ੍ਰਕਾਸ਼ ਕਰਕੇ ਉਹਨਾਂ ਨੇ ਗੁਰੂ ਸਾਹਿਬ ਕੋਲੋਂ ਆਨੰਦ ਲੈਂਦੇ ਆ। ਕੀ ਕਰਦੇ ਆ? ਦੇਖੋ, ਜਿੱਥੇ ਜਿਹੜਾ ਜਿਨ੍ਹਾਂ ਦਾ ਜੋ ਅਦਬ ਸਤਿਕਾਰ ਆ ਉਹ ਹੈ। ਪਰ ਇਹ ਨਹੀਂ ਹੈਗਾ ਕਿ ਕੋਈ ਉੱਚੇ ਅਹੁਦੇ 'ਤੇ ਜਾ ਕੇ ਜਿੱਡਾ ਵੱਡਾ ਉਹਦਾ ਉੱਚਾ ਅਹੁਦਾ ਆ, ਉੱਡਾ ਵੱਡਾ ਹੀ ਉਹਦੇ 'ਤੇ ਉਹਦੀ ਜ਼ਿੰਮੇਵਾਰੀ ਵੀ ਹੈ। ਸਤਿਕਾਰ ਕਮੇਟੀ ਉਹਨੂੰ ਤਾਂ ਕਹਿੰਦੇ ਅਨਪੜ੍ਹਾਂ ਦੀ ਜਮਾਤ ਆ ਜੀ, ਇਹ ਆਪਣਾ ਪੱਠੇ ਵੱਢ ਲੋਕ ਆ ਜੀ, ਇਹ ਅਨਕੁਆਲੀਫਿਕੇਸ਼ਨ ਆ ਜੀ,
ਪ੍ਰੋਫੈਸਰ ਸਾਹਿਬ ਤੇ ਬਹੁਤ ਮਹਾਨ ਆ, ਪੜ੍ਹੇ ਲਿਖੇ ਆ, ਉਹਨਾਂ ਨੂੰ ਤੇ ਬਹੁਤ ਸੋਝੀ ਹੋਣੀ ਚਾਹੀਦੀ ਆ। ਉਹ ਜੇ ਉਹਨਾਂ ਨੇ ਜਾਣਾ ਉਹ ਗ੍ਰੰਥੀ ਸਿੰਘ ਦਾ ਪ੍ਰਬੰਧ ਕਰਨ, ਬਹੁਤ ਕੁਛ ਆ। ਪਰ ਫਿਰ ਵੀ ਮੈਂ ਉਸ ਘਟਨਾ ਨੂੰ ਮੰਦਭਾਗੀ ਹੀ ਆਖਦਾ ਹਾਂ। ਮੈਂ ਨਾ ਜਿੰਨੀ ਕੁ ਗੱਲ ਤੁਹਾਡੇ ਨਾਲ ਕੀਤੀ ਆ ਹੁਣ ਤੱਕ, ਜਿੰਨਾ ਕੁ ਆਪਣਾ ਰਾਬਤਾ ਬਣਿਆ, ਉਸ ਮੁਤਾਬਕ ਇੱਕ ਚੀਜ਼ ਸਿੱਧੇ ਤੌਰ 'ਤੇ ਮੈਨੂੰ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਪ੍ਰੋਫੈਸਰ ਸਾਹਿਬ ਦੀ ਤੁਸੀਂ ਗੱਲ ਕੀਤੀ ਆ, ਉਹਨੂੰ ਗੱਲ ਨੂੰ ਮੈਂ ਥੋੜ੍ਹਾ ਦਿੰਦਾ, ਕਿਉਂਕਿ ਉਹਨਾਂ ਨੇ ਦੱਸਿਆ, ਉਹਨਾਂ ਦੀ ਜ਼ੁਬਾਨੀ ਜੋ ਆ, ਉਹ ਕਹਿੰਦੇ ਮੈਂ ਪਿੰਡ ਦੇ ਗ੍ਰੰਥੀ ਸਾਹਿਬ ਨਾਲ ਗੱਲ ਕੀਤੀ ਸੀਗੀ ਕਿ ਪਹਿਲਾਂ ਮੈਂ ਜਦੋਂ ਵਿਦੇਸ਼ ਜਾਂਦਾ ਸੀਗਾ ਕੋਈ ਨਾ ਕੋਈ ਹੁੰਦਾ ਸੀਗਾ ਜਿਹੜਾ ਪ੍ਰਕਾਸ਼ ਕਰਦਾ ਸੀਗਾ, ਸੁੱਖ ਆਸਣ ਕਰ ਦਿੰਦਾ ਸੀਗਾ। ਹੁਣ ਉਹ ਨਹੀਂ ਆ, ਉਪਲਬਧਤਾ ਨਹੀਂ ਆ, ਅਤੇ ਤੁਸੀਂ ਕਰ ਸਕਦੇ ਹੋ ਮੇਰੇ ਘਰ ਆਣ ਕੇ। ਉਹ ਕਹਿੰਦੇ ਨਹੀਂ, ਤੁਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਛੱਡ ਜਾਓ ਅਤੇ ਇੱਥੇ ਉਹ ਕਹਿੰਦੇ ਪ੍ਰਕਾਸ਼ ਕਰੋਗੇ। ਕਹਿੰਦੇ ਨਹੀਂ, ਪ੍ਰਕਾਸ਼ ਨਹੀਂ ਕਰਨਾ, ਅਸੀਂ ਵੀ ਇੱਥੇ ਸੁੱਖ ਆਸਣ ਕਰ ਦੇਣਾ ਉਹਨਾਂ ਨੂੰ, ਅਤੇ ਤੁਸੀਂ ਘਰ ਵੀ ਸੁੱਖ ਆਸਣ ਕਰ ਸਕਦੇ ਹੋ। ਉਹਨਾਂ ਨੇ ਗ੍ਰੰਥੀ ਸਾਹਿਬ ਨਾਲ ਗੱਲ ਕਰਕੇ, ਹਾਲਾਂਕਿ ਉੱਥੇ ਪ੍ਰੋਫੈਸਰ ਸਾਹਿਬ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ ਉਹਨਾਂ ਦੇ ਅੰਦਰ ਹੋ ਸਕਦਾ ਕਿ ਗ੍ਰੰਥੀ ਸਾਹਿਬ ਤੋਂ ਜ਼ਿਆਦਾ ਵਿਦਵਤਾ ਹੋਵੇ, ਕਿਉਂਕਿ ਉਹਨਾਂ ਨੇ ਲੰਬਾ ਸਮਾਂ ਹੰਢਾਇਆ। ਇਸ ਚੀਜ਼ ਦੀ ਮਰਿਆਦਾ ਦੀ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਸੀ। ਇੱਥੇ ਆਪਾਂ ਇਹ ਵੀ ਗੱਲ ਖਤਮ ਕਰ ਸਕਦੇ। ਪਰ ਤੁਹਾਡੇ ਨਾਲ ਜਿਹੜੀ ਗੱਲ ਹੋਈ, ਇੱਕ ਤਾਂ ਇਹ ਦੋ ਘਟਨਾਵਾਂ ਦੱਸਦੀਆਂ ਨੇ ਕਿ ਸਤਿਕਾਰ ਕਮੇਟੀ ਜਿਹੜੀ ਆ ਉਹ ਹੁਣ ਥੋੜ੍ਹਾ ਜਿਹਾ ਆਪਣੇ ਕੰਮ ਕਰਨ ਦੇ, ਮਰਿਆਦਾ ਕਾਇਮ ਕਰਨ ਦੇ ਤਰੀਕੇ ਦੇ ਵਿੱਚ ਫੇਰ ਬਦਲ ਕਰਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਅਤੇ ਦੂਜਾ, ਕੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੁਣ ਭਾਰੀ ਪੈਂਦਾ ਨਜ਼ਰ ਆ ਰਿਹਾ, ਉਹ ਬਿਆਨ ਜਥੇਦਾਰ ਸਾਹਿਬ ਦਾ ਭਾਰੀ ਪੈਂਦਾ ਨਜ਼ਰ ਆ ਰਿਹਾ ਸਤਿਕਾਰ ਕਮੇਟੀ ਦੇ ਉੱਤੇ, ਜਿਹਦਾ ਕਰਕੇ ਹੁਣ ਬੀੜ ਸਾਹਿਬ ਵਾਪਸ ਵੀ ਕੀਤੀਆਂ ਜਾ ਰਹੀਆਂ ਨੇ, ਜਿਵੇਂ ਕਹਿੰਦੇ ਤੁਸੀਂ ਕਰਾਂਗੇ ਵੀ ਪ੍ਰਿੰਸੀਪਲ ਸਾਹਿਬ ਹੋਰਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਜਾਂ ਕੁਝ ਹੋਰ ਇਸ ਦੇ ਵਿੱਚ ਚੱਲਦਾ ਤੁਹਾਨੂੰ ਨਜ਼ਰ ਆ ਰਿਹਾ? ਦੇਖੋ ਜੀ, ਕਰਾਂਗੇ ਸ਼ਬਦ ਮੈਂ ਵਰਤਿਆ ਨਹੀਂ ਹੈ। ਮੈਂ ਕਿਹਾ ਸੀਗਾ ਕਿ ਉਦੋਂ ਹਜੇ ਮੁੱਦਾ ਨਹੀਂ ਸੀ ਗਿਆ। ਇਹ ਮੇਰੇ ਖਿਆਲ 15 ਕੁ ਦਿਨ ਪਹਿਲਾਂ ਦੀ ਘਟਨਾ, ਐਗਜ਼ੈਕਟ ਡੇਟ ਮੈਨੂੰ ਯਾਦ ਨਹੀਂ ਹੈਗੀ। ਉਸੇ ਹੀ ਰਾਤ ਜਿੱਦਣ ਇਹ ਵਾਪਰੀ ਹੈਗੀ ਗੱਲ, ਕਾਫੀ ਲੋਕਾਂ ਨੇ ਮੇਰੇ ਨਾਲ, ਕਿਉਂਕਿ ਮੇਰਾ ਜਲੰਧਰ ਜ਼ਿਲ੍ਹਾ ਹੋਣ ਕਰਕੇ ਜਲੰਧਰ ਦੇ ਪੱਤਰਕਾਰ ਵੀਰਾਂ ਨੇ ਵੀ ਮੇਰੇ ਨਾਲ ਰਾਬਤਾ ਕਾਇਮ ਕੀਤਾ। ਫਿਰ ਮੈਂ ਇਹ ਗੱਲ ਭਾਈ ਬਲਵੀਰ ਸਿੰਘ ਮੁਸ਼ਲ ਹੁਣਾਂ ਦੇ ਨਾਲ ਵੀ ਕੀਤੀ ਵੀ ਭਾਈ ਕੀ ਹੋਇਆ। ਫਿਰ ਮੈਨੂੰ ਪਤਾ ਲੱਗਣ ਤੋਂ ਬਾਅਦ ਫਿਰ ਮੇਰੀ ਇਹਨਾਂ ਨਾਲ ਸਾਰੇ ਮਸਲੇ 'ਤੇ ਗੱਲ ਵੀ ਹੋਈ ਆ। ਪਰੰਤੂ ਦੇਖੋ, ਜਦੋਂ ਤੁਹਾਨੂੰ ਇਹ ਲੱਗਣ ਲੱਗਦਾ ਆ ਕਿ ਹਾਂ ਠੀਕ ਆ, ਇਹ ਗੱਲ ਕਿਤੇ ਨਾ ਕਿਤੇ ਥੋੜ੍ਹੀ ਮਿਸਟੇਕੇਬਲ ਆ, ਇਹਨੂੰ ਸੁਲਝਾਇਆ ਜਾ ਸਕਦਾ। ਕਿਸੇ ਦੇ ਬਿਆਨ ਆਉਣ ਤੋਂ ਪਹਿਲਾਂ ਹੀ ਤੁਸੀਂ ਅੱਜ ਹੀ ਜਾ ਕੇ ਪ੍ਰੋਫੈਸਰ ਸਾਹਿਬ ਨੂੰ ਪੁੱਛ ਲਓ ਵੀ ਸੁਖਜੀਤ ਸਿੰਘ ਨੇ ਤੁਹਾਡੇ ਨਾਲ ਕੀ ਗੱਲ ਕੀਤੀ ਸੀ। ਉਦੋਂ ਤਾਂ ਕਿਸੇ ਦਾ ਬਿਆਨ ਵੀ ਨਹੀਂ ਸੀ ਆਇਆ, ਅਤੇ ਮੈਂ ਚੁੱਪ ਵੀ ਰਹਿ ਸਕਦਾ ਸੀ ਕਿ ਮੇਰੀ ਪ੍ਰੋਫੈਸਰ ਨਾਲ ਗੱਲ ਹੀ ਨਹੀਂ ਹੋਈ, ਮੈਂ ਮੀਡੀਆ 'ਤੇ ਕਿਉਂ ਦੱਸਾਂ। ਇਹੀ ਗੱਲ ਨਹੀਂ ਹੈਗੀ, ਕਿਉਂਕਿ ਉਹ ਜਿਹੜਾ ਬਿਆਨ ਆ ਨਾ, ਉਹ ਬਿਆਨ ਨੂੰ ਝੂਠਿਆਂ ਸਾਹਿਬ ਅਤੇ ਹੁਕਮਨਾਮਾ ਸਾਹਿਬ ਕਰ ਰਹੇ ਆ। ਉਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਵੀ ਨਿਯੁਕਤੀ ਦੂਜੀ ਤੀਜੀ, ਕਿਉਂਕਿ ਜਿੱਡੀ ਵੱਡੀ ਸਿੰਘ ਸਾਹਿਬ ਆਪਾਂ DC ਨੂੰ ਜ਼ਿਲ੍ਹੇ ਦੀ ਮਾਂ ਕਹਿੰਦੇ ਹਾਂ, ਅਤੇ ਜਥੇਦਾਰ ਸਾਹਿਬ ਕੌਮ ਦੀ ਮਾਂ ਆ। ਅਤੇ ਮਾਂ ਦਾ ਦਿਲ ਬਹੁਤ ਵੱਡਾ ਹੋਣਾ ਚਾਹੀਦਾ। ਬੱਚਿਆਂ ਦੀਆਂ ਤਾਂ ਕੰਮਾਂ ਗਲਤੀਆਂ ਕਰਨੀਆਂ, ਬੱਚੇ ਤਾਂ ਗਲਤੀਆਂ ਕਰਦੇ ਆ, ਅਤੇ ਮਾਂ ਨੇ ਉਹਨੂੰ ਸਮਝਾਉਣਾ ਹੁੰਦਾ। ਇਹ ਥੋੜ੍ਹਾ ਹੈਗੀ ਕਿ ਇੱਕ ਬੱਚੇ ਨੇ ਵੱਡੀ ਗਲਤੀ ਕਰ ਲਈ ਆ ਅਤੇ ਇੱਕ ਨੇ ਛੋਟੀ ਗਲਤੀ ਕਰ ਲਈ ਆ। ਜਿਹੜਾ ਤਾਂ ਛੋਟੀ ਗਲਤੀ ਕਰਦਾ ਉਹਨੂੰ ਬਰੀ, ਅਤੇ ਵੱਡੀ ਗਲਤੀ ਆ ਇਹਨੂੰ ਸਜ਼ਾ। ਫਿਰ ਸੁਣਨਾ ਵੀ ਨਹੀਂ ਹੈਗਾ ਕਿਹਦੀ ਵੱਡੀ ਕਿਹਦੀ ਛੋਟੀ। ਹੋ ਸਕਦਾ ਸਾਡੇ ਵਾਲੀ ਗਲਤੀ ਛੋਟੀ ਹੁੰਦੀ, ਪ੍ਰੋਫੈਸਰ ਸਾਹਿਬ ਵਾਲੀ ਵੱਡੀ ਹੁੰਦੀ। ਇਹ ਸੁਣਨ ਦਾ ਵਿਸ਼ਾ ਹੈ ਨਾ। ਹੁਣ ਮੈਂ ਆਪਣੀ ਗੱਲ ਰੱਖਤੀ, ਮੈਂ ਤਾਂ ਆਪਣੀ ਰੱਖੀ ਜਾਣਾ ਤੁਹਾਡੇ ਕੋਲ। ਇਸ ਸਭ ਤੋਂ ਬਾਅਦ ਹੁਣ ਭਵਿੱਖ ਕੀ ਹੋਏਗਾ ਸਤਿਕਾਰ ਕਮੇਟੀ ਦਾ? ਇਹ ਬਹੁਤ ਵੱਡਾ ਸਵਾਲ ਹੈ ਮੈਨੂੰ ਲੱਗਦਾ, ਔਰ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਹ ਜਵਾਬ ਮੈਂ ਤੁਹਾਡੇ ਕੋਲ ਚਾਹੁੰਦਾ ਕਿ ਭਵਿੱਖ ਕੀ ਹੋਏਗਾ, ਕਿਉਂਕਿ ਜਥੇਦਾਰ ਸਾਹਿਬ ਨੇ ਕਹਿ ਤਾ ਕਿ ਭੰਗ ਅਸੀਂ ਆਪਣਾ ਥਾਪਾਂਗੇ, ਜੋ ਕੁਝ ਥਾਪਣਾ ਆ ਅਸੀਂ ਆਪਣੇ ਵੱਲੋਂ ਨਿਯੁਕਤ ਕਰਾਂਗੇ, ਜੋ ਕੁਝ ਨਿਯੁਕਤ ਕਰਨਾ। ਸਤਿਕਾਰ ਕਮੇਟੀ ਦਾ ਭਵਿੱਖ ਕੀ ਹੈ? ਇਕੱਲਾ ਸਤਿਕਾਰ ਕਮੇਟੀ ਦਾ ਭਵਿੱਖ ਜਾਂ ਜਥੇਦਾਰ ਸਾਹਿਬ ਨੇ ਜਿਹੜੀ ਨਿਯੁਕਤੀ ਕਰਨੀ ਉੱਤੇ ਵੀ ਗੱਲ ਕਰਨੀ ਆਪਾਂ? ਪਹਿਲਾਂ ਸਤਿਕਾਰ ਕਮੇਟੀ ਦਾ ਭਵਿੱਖ ਤਾਂ ਵੇਖੋ ਜੀ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ। ਨਾ ਅੱਗੇ ਆਪਾਂ ਕੁਛ ਕਰਦੇ ਸੀ, ਗੁਰੂ ਦੀ ਕਿਰਪਾ ਨਾ ਹੋਇਆ। ਗੁਰੂ ਦੀ ਕਿਰਪਾ ਨਾਲ ਇਹ ਸੰਗ੍ਰਹਿ ਜੁੜਿਆ, ਗੁਰੂ ਦੇ ਅਦਬ ਸਤਿਕਾਰ ਵਾਸਤੇ ਸੰਗ੍ਰਹਿ ਜੁੜਿਆ, ਅਤੇ ਗੁਰੂ ਦੇ ਅਦਬ ਸਤਿਕਾਰ ਵਾਸਤੇ ਅੱਜ ਵੀ ਕਾਇਮ ਆ ਅਤੇ ਕੱਲ੍ਹ ਵੀ ਕਾਇਮ ਆ। ਕਿਉਂ ਕਿ ਮੰਨ ਲਓ ਇੱਥੇ ਮੇਰੇ ਸਾਹਮਣੇ ਕੋਈ ਗੁਰੂ ਦਾ ਅਦਬ ਬੇਅਦਬੀ ਕਰ ਰਿਹਾ, ਉਹ ਕਹਿੰਦਾ ਜੀ ਮੈਂ ਤਾਂ ਸ਼੍ਰੀ ਗਣੇਸ਼ ਜੀ ਦਾ ਮੰਦਰ ਆ ਜਾਂ ਭਗਵਾਨ ਕ੍ਰਿਸ਼ਨ ਦਾ ਮੰਦਰ ਆ, ਉਹ ਸਤਿਕਾਰਯੋਗ ਆ। ਜਾਂ ਸ਼੍ਰੀ ਸ਼ਿਵਲਿੰਗ ਜੀ ਇੱਥੇ ਸੁਭਾਇਮਾਨ ਆ ਅਤੇ ਮੈਂ ਪ੍ਰਕਾਸ਼ ਕਰਨਾ ਇੱਥੇ, ਅਤੇ ਹੁਕਮਨਾਮਾ ਤਖਤ ਸਾਹਿਬ ਦਾ ਕਹਿੰਦਾ ਵੀ ਨਹੀਂ ਹੋਣਾ, ਅਤੇ ਮੇਰੇ ਹੀ ਪਿੰਡ 'ਚ ਹੋ ਰਿਹਾ ਇਹ, ਅਤੇ ਮੈਂ ਚੁੱਪ ਕਰਕੇ ਬੈਠ ਜਾਊਂਗਾ, ਮੈਂ ਅੰਦਰ ਵੜ ਜਾਊਂਗਾ, ਮੈਂ ਗੁਰੂ ਦੀ ਬੇਅਦਬੀ ਜਰ ਲੂੰਗਾ? ਮੈਂ ਨਹੀਂ ਜਰੂੰਗਾ। ਕੋਈ ਕਹਿੰਦਾ ਜੀ ਮੈਂ ਪੀਰਾਂ ਦੀ ਸਮਾਧ 'ਤੇ ਲੈ ਕੇ ਚੱਲਿਆ, ਮੈਂ ਖਾਨਗਾਹ 'ਤੇ ਲੈ ਕੇ ਚੱਲਿਆ, ਮੈਂ ਵੇਟ ਤਾਂ ਕਰ ਸਕਦਾ ਵੀ ਜਿਹੜੀ ਨਵੀਂ ਟੀਮ ਆ ਰਹੀ ਆ ਵੀ ਆਵੇ, ਇੱਕ ਥਾਂ ਵੇਖ ਲੂੰ, ਦੋ ਥਾਂ ਵੇਖ ਲੂੰ, ਪਰ ਜੇ ਨਾ ਹੋਇਆ ਫਿਰ ਤਾਂ ਮੈਨੂੰ ਕਰਨਾ ਪਊਗਾ।
ਕਿਉਂਕਿ ਮਹਾਰਾਜ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮੈਂ ਗੁਰੂ ਦਾ ਖਾਨਾ ਵਾਂ, ਮੈਂ ਗੁਰੂ ਦਾ। ਕਿਉਂਕਿ ਜੇ ਹੁਣ ਗੱਲ ਕਰੀਏ, ਜੇ ਕਿਤੇ ਭਾਈ ਤਾਰੂ ਸਿੰਘ ਜੀ ਹੁਣੀ ਕਿਸੇ ਨੂੰ ਉਡੀਕਦੇ ਰਹਿੰਦੇ ਵੀ ਮੈਂ ਪ੍ਰਸ਼ਾਦਾ ਛਕਾਉਣਾ, ਅਨੇਕਾਂ ਘਟਨਾਵਾਂ ਹੈਗੀਆਂ ਸਾਡੇ। ਕਿਉਂਕਿ ਇਹ ਇਲੈਕਸ਼ਨ ਨਹੀਂ ਹੈਗੀ, ਇੱਥੇ ਸਿਲੈਕਸ਼ਨ ਵਾ, ਇੱਥੇ ਆਪਾ ਵਾਰਨਾ ਪੈਂਦਾ ਵਾ। ਜੇ ਹੁਣ ਉਹ ਕੋਈ ਪੰਜਾ ਸਾਹਿਬ ਦੇ ਮੋਰਚੇ ਵਾਲੇ ਜਾਂ ਵਾਹਿਗੁਰੂ ਨਰੈਣੂ ਮਹੰਤ ਮੇਰੀ ਗੱਲ ਸੋਚਦੇ ਵੀ ਸਾਨੂੰ ਅਪੁਆਇੰਟਮੈਂਟ ਮਿਲੂਗੀ ਤੇ ਤਾਂ ਜਾਵਾਂਗੇ, ਇਹ ਅਪੁਆਇੰਟਮੈਂਟ ਆਪਣੇ ਆਪ ਹੀ ਬਣ ਜਾਂਦੀ ਆ। ਸਿੱਖ ਆਪਣੇ ਆਪ 'ਚ ਇੱਕ ਅਪੁਆਇੰਟ ਕੀਤਾ ਹੋਇਆ ਆ, 5 ਕਕਾਰੀ ਆ, ਗੁਰੂ ਦਾ ਬਾਣਾ ਪਾਉਣਾ ਆ। ਮੈਨੂੰ ਕਿਸੇ ਕੋਲ ਅਥਾਰਟੀ, ਮੈਨੂੰ 5 ਪਿਆਰਿਆਂ ਨੇ ਅਥਾਰਟੀ ਦਿੱਤੀ ਹੋਈ ਆ ਕਿ ਜੇ ਤੈਨੂੰ ਲੋੜ ਪਵੇ ਸਿਰ ਦੇ ਦੇਣਾ, ਮੈਂ ਤਿਆਰ ਆ ਤੇ ਮੇਰੇ ਨਾਲ ਦੇ ਸਾਥੀ ਵੀ ਤਿਆਰ ਆ। ਇਹ ਭੁਲੇਖਾ ਆ ਸਾਡਾ। ਹਰ ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਆ ਉਹ ਸਤਿਕਾਰ ਕਮੇਟੀ ਦਾ ਮੈਂਬਰ ਸਮਝਦਾ ਮੈਂ। ਹਰ ਸਿੱਖ ਦੇ ਮਨ 'ਚ ਸਤਿਕਾਰ ਆ, ਹਰ ਇਹ ਆ, ਕੋਈ ਦੂਜੀ ਗੱਲ ਹੀ ਨਹੀਂ ਹੈਗੀ ਇਹ 'ਚ। ਤੇ ਫਿਰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਬਿਆਨ ਆ, ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਕਮੇਟੀ ਥਾਪਾਂਗਾ, ਅਸੀਂ ਆਪ ਉਹ ਬਣਾਵਾਂਗੇ ਜੋ ਕੁਝ, ਤੇ ਫਿਰ ਇਹ ਮੰਨ ਲਿਆ ਜਾਵੇ ਕਿ ਉਹ ਨਿਯੁਕਤੀਆਂ ਦੇ ਚੱਕਰ ਦੇ ਵਿੱਚ ਜ਼ਿਆਦਾ ਆ, ਜਦ ਕਿ ਤੁਸੀਂ ਕਹਿੰਦੇ ਕਿ ਜਦੋਂ 5 ਪਿਆਰੇ ਅੰਮ੍ਰਿਤ ਛਕਾ ਦਿੰਦੇ ਆ ਤੇ ਉਹ ਨਾਲ ਹੀ ਤਾਕਤ ਦੇ ਦਿੰਦੇ, ਨਿਯੁਕਤੀ ਪੱਤਰ ਉਹਦੇ ਮਿਲ ਜਾਂਦਾ ਤੁਹਾਨੂੰ। ਦੇਖੋ ਜੀ, ਮੈਂ ਜੇ ਇਸ ਗੱਲ ਵਿੱਚ ਗਲਤ ਹੋਵਾਂ ਤੇ ਸਿੱਖ ਰਹਿਤ ਮਰਜ਼ਾਦਾ ਦੀ ਕਾਪੀ ਮੇਰੇ ਖੱਬੇ ਪਾਸੇ ਆ ਜੀ, ਉਹ ਤੁਸੀਂ ਦੇਖ ਸਕਦੇ ਆ। ਇਸ ਤੋਂ ਬਾਅਦ ਵੀ ਜੀ ਸਿੱਖ ਆਪਣੇ ਆਪ 'ਚ ਇੱਕ ਫੌਜ, ਤੁਸੀਂ ਵੀ ਤੇ ਸਿੱਖ ਹੋਵੋਗੇ, ਸਿੱਖ ਪਰਿਵਾਰ 'ਚੋਂ ਜਨਮੇ ਹੋ ਸਕਦੇ ਆ, ਤੁਸੀਂ ਕਲੀਨ ਸ਼ੇਪ ਆਪਣਾ ਕਲੀਨ ਕੱਟ ਵਾ ਤੁਹਾਡੇ ਜੀ, ਅਤੇ ਜਿੱਦਣ ਤੁਸੀਂ ਸਾਬਤ ਸੂਰਤ ਹੋ ਜਾਂਦੇ ਆ, ਹੁਣ ਤੁਸੀਂ ਸਹਿਜਧਾਰੀ ਸਿੱਖ ਆ, ਜਿੱਦਣ ਤੁਸੀਂ ਸਾਬਤ ਸੂਰਤ ਹੋ ਜਾਂਦੇ ਆ ਤਾਂ ਉਦੋਂ ਤੁਸੀਂ ਸਿੱਖ ਹੋ ਗਏ। ਹਾਲਾਂਕਿ ਸਹਿਜਧਾਰੀ ਸਿੱਖ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵਿਵਾਦ ਆ, ਬਹੁਤ ਤਰ੍ਹਾਂ ਦੇ ਹੈਗੇ। ਅੱਛਾ, ਜਿੱਦਣ ਤੁਸੀਂ ਅੰਮ੍ਰਿਤਪਾਨ ਕਰ ਲਿਆ ਜੀ, ਤੁਸੀਂ ਇੱਕ ਸਿਪਾਹੀ ਹੋ ਗਏ। ਮੈਂ ਤਾਂ ਗੁਰੂ ਗੋਬਿੰਦ ਸਿੰਘ ਦੀ ਫੌਜ ਦਾ ਸਿਪਾਹੀ ਹਾਂ ਅਤੇ ਮੇਰੇ ਨਾਲ ਦੇ ਸਾਥੀ ਵੀ ਸਿਪਾਹੀ ਆ। ਹੁਣ ਸਿਪਾਹੀ ਦਾ ਜਿਹੜਾ ਫਰਜ਼ ਆ, ਜੇ ਉਹ ਰੋਲ ਅਦਾ ਨਹੀਂ ਕਰਦਾ ਤੇ ਫਿਰ ਮੈਂ ਗੁਰੂ ਦਾ ਦੇਣਦਾਰ ਹਾਂ। ਜਿਹੜਾ 5 ਪਿਆਰਿਆਂ ਨਾਲ ਕੀਤਾ ਹੋਇਆ ਵਾਅਦਾ, ਉਹਦਾ ਮੈਂ ਦੇਣਦਾਰ ਹਾਂ ਵੀ ਲੋੜ ਪਵੇ ਤੇ ਰਣ ਤੱਤੇ 'ਚ ਜੂਝ ਮਰੂੰਗਾ। ਗੁਰੂ ਗ੍ਰੰਥ ਸਾਹਿਬ ਦੀ ਪੰਥ ਦੀ ਆਨ ਸ਼ਾਨ ਵਾਸਤੇ ਮੈਂ ਮਰ ਮਿਟੂੰਗਾ। ਅਤੇ ਫਿਰ ਉਹ ਮੇਰਾ ਜਿਹੜਾ ਸੁਭਾਅ ਆ ਉਹ ਸੁਭਾਵਿਕ ਆ। ਅਤੇ ਹੁਣ ਆ ਗਈ ਗੱਲ ਤੁਹਾਡੀ ਦੂਜੀ ਨਿਯੁਕਤੀਆਂ ਦੀ, ਉਹਦੇ ਵਿੱਚ ਬੜਾ ਉਹਦੇ ਵਿੱਚ ਹੀ ਸੁੰਦਰ ਗੱਲ, ਉਹਨੂੰ ਜੇ ਪਾੜ ਛਿੜ ਕੇ ਵੇਖਿਆ, ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਤਿਆਰ ਸਿੰਘਾਂ ਦੀ ਟੀਮ ਤਿਆਰ ਕੀਤੀ ਜਾਵੇ ਜੀ। ਇਹ ਇੱਕ ਖਦਸ਼ਾ ਹੈ ਕਿ ਜਥੇਦਾਰ ਸਾਹਿਬ ਪਹਿਲਾਂ ਕੋਈ ਅਧੂਰੇ ਲੋਕ ਵੀ ਹੈਗੇ ਸ਼੍ਰੋਮਣੀ ਕਮੇਟੀ 'ਚ ਜੀ। ਜੇ ਤਿਆਰ ਲੈ ਕੇ ਆਉਣੇ ਨਵੇਂ, ਅਤੇ ਇਹਦਾ ਮਤਲਬ ਪਿੱਛੇ ਅਧੂਰੇ ਵੀ ਹੋਣਗੇ ਜਾਂ ਬੇਅਮਰਤੀਏ ਵੀ ਹੈਗੇ ਆ। ਇਹ ਵੀ ਇੱਕ ਮੰਗ, ਮਤਲਬ ਉਹ ਜਿਹੜਾ ਪੱਤਰ ਆ, ਜਿਹੜੇ ਉਹਦੇ ਸ਼ਬਦ ਆ, ਉਹ ਇੱਦਾਂ ਦੀ ਇੱਕ ਸੂਚਕ ਹੈਗੇ ਆ। ਪਰੰਤੂ ਫਿਰ ਵੀ ਅਸੀਂ ਉਹਦੇ 'ਤੇ ਕੋਈ ਇੱਦਾਂ ਦੀ ਨਾ ਕਰਦੇ ਹੋਏ ਵੀ ਸਵਾਗਤ ਕਰਦੇ ਹਾਂ। ਜਿੰਨੀਆਂ ਸੰਸਥਾਵਾਂ ਬਣਨ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ, ਬਹੁਤ ਚੰਗੀ ਗੱਲ ਆ। ਪਰੰਤੂ ਸੰਸਥਾਵਾਂ ਕਿਤੇ ਧੜੇ ਦੀਆਂ ਹੋ ਕੇ ਨਾ ਰਹਿ ਜਾਣ, ਜਿਵੇਂ ਸ਼੍ਰੋਮਣੀ ਕਮੇਟੀ ਸੀ। ਇਹ ਖਦਸ਼ਾ ਜ਼ਰੂਰ ਆ। ਧੜੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦਾ ਮਤਲਬ, ਜਾਂ ਜਿਹੜਾ ਤੁਹਾਡੇ ਧਿਰ ਜਿਹੜੀ ਆ, ਜਾਂ ਜਿਸ ਤਰੀਕੇ ਨਾਲ ਸਤਿਕਾਰ ਕਮੇਟੀ ਕੰਮ ਕਰਦੀ ਸੀ, ਉਸ ਸਭ ਨੂੰ ਜਿਹੜਾ ਉਹ ਖੁੰਡਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੈਰਲਲ। ਕਿਉਂਕਿ ਇੱਕ ਸੰਸਥਾ ਨੂੰ ਜਿਹੜੇ ਇੱਕ ਲਕੀਰ ਛੋਟੀ ਕਰਨ ਲਈ ਨਾਲ ਫਿਰ ਬਰਾਬਰ ਵੱਡੀ ਲਕੀਰ ਵੀ ਖਿੱਚਣੀ ਪੈਂਦੀ ਆ। ਇਹ ਇੱਦਾਂ ਦੇ ਸਿਧਾਂਤ ਵੀ ਚੱਲਦੇ ਆ। ਉਹ ਵਾਲਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਸੱਚੀਓ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਸੰਜੀਦਾ ਨੇ ਇਸ ਮਾਮਲੇ ਨੂੰ ਲੈ ਕੇ? ਦੇਖੋ ਜੀ, ਸੰਜੀਦਾ ਹੋਣਾ ਵੀ ਚਾਹੀਦਾ। ਕੌਮ ਦਾ ਬੜਾ ਵੱਡਾ ਅਹੁਦਾ ਉਹਨਾਂ ਕੋਲ। ਪਰੰਤੂ 22 ਮਹੀਨਿਆਂ ਦਾ ਉਹਨਾਂ ਦਾ ਕਾਰਜਕਾਲ ਹੈਗਾ। ਉਹ ਆਪਣੇ ਆਪ 'ਚ ਹੀ ਇੱਕ ਤਰ੍ਹਾਂ ਦਾ ਸ਼ੰਕੇ ਖੜੇ ਕਰਦਾ। 22 ਮਹੀਨੇ ਦੇ ਕਾਰਜ ਵਿੱਚ TV ਚੈਨਲਾਂ, ਅਖਬਾਰੀ ਬਿਆਨਾਂ ਤੋਂ ਸਿਵਾਏ ਜੇ ਕੋਈ ਅੱਜ 24 ਦੇ 2 ਵਜੇ ਤੋਂ ਪਹਿਲਾਂ, ਕਿਉਂਕਿ ਇੱਕ ਅੱਜ ਆਉਣ ਵਾਲਾ, ਕੱਲ੍ਹ ਨੂੰ ਮੇਰੇ 'ਤੇ ਲੋਕ ਸਵਾਲ ਚੁੱਕਣ ਗਿਆ, ਜੇ ਇੱਕ ਆਉਣਾ ਆ ਫੈਸਲਾ, ਇਸ ਤੋਂ ਪਹਿਲਾਂ ਜੇ ਕੋਈ ਵੱਡਾ ਫੈਸਲਾ ਕੀਤਾ ਆ, ਸਿਰਫ ਅਖਬਾਰਾਂ ਦੇ ਬਿਆਨ ਦੇਣ ਤੋਂ ਬਾਅਦ, ਅਤੇ ਮੈਂ ਸੰਗਤ ਦੇ ਨੀਵੇਂ ਥਾਂ ਬਹਿਣ ਨੂੰ ਤਿਆਰ ਹਾਂ। ਇਕੱਲੇ ਅਖਬਾਰੀ ਬਿਆਨਾਂ ਨਾਲ ਅਕਾਲੀ ਫੂਲਾ ਸਿੰਘ ਨਹੀਂ ਬਣਿਆ ਜਾਣਾ ਹੈਗਾ। ਅਕਾਲੀ ਫੂਲਾ ਸਿੰਘ ਬਣਨ ਵਾਸਤੇ ਠੋਸ ਫੈਸਲੇ ਲੈਣੇ ਪੈਣੇ ਆ। ਉਹਦੇ ਵਾਸਤੇ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਹਾਂ, ਸਤਿਕਾਰ ਕਮੇਟੀ ਕੋਲ ਇੱਕ ਚੂਕ ਹੁੰਦੀ ਆ ਜਾਂ ਨਹੀਂ ਹੁੰਦੀ, ਇਹ ਵਿਚਾਰਨ ਦਾ ਵਿਸ਼ਾ ਆ ਜੀ। ਪਰੰਤੂ 2015 'ਚ ਕਿਹਨਾਂ ਦੀ ਸਰਕਾਰ ਸੀ? ਉਹਨਾਂ ਪਰਿਵਾਰਾਂ ਦੀ ਸਰਕਾਰ ਸੀ ਜਿਨ੍ਹਾਂ ਦੇ ਥਾਪੜੇ ਨਾਲ ਜਥੇਦਾਰ ਲੱਗਦੇ ਆ। ਬੇਅਦਬੀਆਂ ਹੋਈਆਂ,
ਗੁਰੂ ਸਾਹਿਬ ਦੇ ਅੰਗ ਰੁਲੇ। ਇੱਕ ਸਾਧ ਨੂੰ, ਜਿਹਨੂੰ ਅਸਾਧ ਮੰਨਿਆ ਗਿਆ ਬਲਾਤਕਾਰ ਦੇ ਦੋਸ਼ਾਂ ਵਿੱਚ, ਉਹ ਕਿਸੇ ਜੇਲ੍ਹ 'ਚ ਆ, ਉਹਨੂੰ ਮਾਫ ਕੀਤਾ ਜਾਂਦਾ। ਕਿਹਨੇ ਕਰਵਾਇਆ, ਕਿਹਨੇ ਕੀਤਾ, ਕਿਹਦੀ ਸ਼ਹਿ 'ਤੇ ਹੋਇਆ, ਬਹੁਤ ਕੁਝ ਤੁਹਾਡੇ ਮੀਡੀਆ ਨੇ ਸੰਗਤ ਸਾਹਮਣੇ ਰੱਖਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਰੱਖਿਆ। ਇੱਥੋਂ ਤੱਕ ਕਿ ਆਪਣੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸੈੱਟ ਆ, ਉਹਨਾਂ ਨੇ ਵੀ ਬਹੁਤ ਕੁਝ ਕਲੀਅਰ ਕੀਤਾ। ਜਥੇਦਾਰ ਸਾਹਿਬ ਉਹਨਾਂ ਨੂੰ ਜੇ ਕੋਈ ਇਹਨਾਂ ਸਾਰੀਆਂ ਚੀਜ਼ਾਂ 'ਚੋਂ ਸੱਚ ਲੱਗਦਾ, ਮਾਰਨਗੇ ਉਸ ਪਰਿਵਾਰ ਨੂੰ ਆਵਾਜ਼। ਪਹਿਲਾ ਕੰਮ ਤਾਂ ਇਹੀ ਆ ਵੀ ਉਹਨਾਂ ਨੂੰ ਫਕਰੇ ਕੌਮ ਅਵਾਰਡ ਦਿੱਤਾ ਸੀ, ਅਤੇ ਫਕਰੇ ਕੌਮ ਹੁੰਦਾ ਵੀ ਕੌਮ ਲਈ ਬਹੁਤ ਚੰਗੀ ਘਾਲਣਾ ਘਾਲੀ। ਜੇ ਫਕਰੇ ਕੌਮ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਂਦਾ, 2 ਨੌਜਵਾਨ ਸ਼ਹੀਦ ਹੋ ਜਾਂਦੇ, ਨਿਹੱਥੇ ਸਿੰਘਾਂ 'ਤੇ ਗੋਲੀਆਂ ਚੱਲ ਜਾਂਦੀਆਂ, ਕਿ ਹਜੇ ਅਕਾਲੀ ਬਾਬਾ ਫੂਲਾ ਸਿੰਘ ਦੀ ਪਦਵੀ 'ਤੇ ਬੈਠਣ ਵਾਲੇ ਹਜੇ ਹੋਰ ਵੇਟ ਐਂਡ ਵਾਚ ਕਰਦੇ ਆ? ਉਹਨਾਂ ਨੂੰ ਕਦੋਂ ਆਵਾਜ਼ ਮਾਰਨਗੇ? ਕੀ ਡਰ ਲੱਗਦਾ? ਕੀ ਹੈ ਇਹ ਬੜੇ ਵੱਡੇ ਸਵਾਲ ਆ। ਜੇ ਕਰਨਾ 22 ਮਹੀਨਿਆਂ 'ਚ, ਫਿਰ ਹੋਰ ਵੀ ਵੱਡੀ ਇੱਕ ਜਿਹੜੀ ਲੀਗਲ ਮਿਸਟੇਕ ਆ ਬਈ, ਇੱਕ ਸੰਵਿਧਾਨ ਵੀ ਸਾਡੇ ਭਾਰਤ ਦਾ ਹੈ, ਤਾਂ ਅਸੀਂ ਭਾਰਤ ਵਿੱਚ ਹਾਂ। ਭਾਰਤ ਵਿੱਚ ਸੰਵਿਧਾਨ ਆ ਕਿ ਇੱਕ ਅਹੁਦਿਆਂ 'ਤੇ 2 ਵਿਅਕਤੀ ਨਹੀਂ ਰਹਿ ਸਕਦੇ, ਅਤੇ ਉਹ ਤਾਂ ਇਹ ਕਿੱਡੀ ਕੁ ਮਜਬੂਰੀ ਆ। ਕੌਮ, ਐਡੀ ਕੌਮ, ਸ਼੍ਰੋਮਣੀ ਕਮੇਟੀ ਦੇ 117 ਵਿਧਾਨ ਸਭਾ ਹਲਕੇ ਇਹ ਆ, ਅਤੇ ਦੂਜੇ ਨਾਮਜ਼ਦ ਕਰਕੇ 171 ਆ, ਹਿਮਾਚਲ ਦੂਜੇ ਪਾ ਕੇ 171 ਦੇ ਕਰੀਬ ਸ਼ਾਇਦ ਹੈ ਰਾਊਂਡ ਫਿਗਰ, ਜੇ ਮੈਂ ਥੋੜ੍ਹਾ ਨਾ ਭੁੱਲਦਾ ਹੋਵਾਂ, ਜਾਂ ਥੋੜ੍ਹੇ ਵੱਧ ਵੀ ਹੋ ਸਕਦੇ ਆ। ਇੰਨਾ ਕੁਝ ਹੋਣ ਤੋਂ ਬਾਅਦ ਇੱਕੋ ਹੀ ਆਦਮੀ ਹੈਗਾ ਜਿਹੜਾ ਉਹ ਬਹੁਤ ਇੰਨਾ ਕੀ ਚੰਗਾ ਉਹਦੇ ਵਿੱਚ ਹੋ ਗਿਆ, ਜਿਹਨੂੰ 2 ਅਹੁਦੇ ਦਿੱਤੇ ਆਪਾਂ, ਇੱਕ ਦਾ ਕਾਰਜਕਾਰੀ ਅਤੇ ਇੱਕ ਦਾ ਰੈਗੂਲਰ। ਇਹ ਤਾਂ ਸੰਵਿਧਾਨਕ ਤੌਰ 'ਤੇ ਵੀ ਆਪਣੇ ਆਪ 'ਚ ਗਲਤ ਆ। ਅਤੇ ਜੇ ਇੱਦਾਂ ਕੁਝ ਹੋ ਰਿਹਾ ਵਾ, ਤਾਂ ਫਿਰ ਉਹਨਾਂ ਦੇ ਫੈਸਲੇ ਜਿਹੜੇ ਉਹ ਅੱਛੇ ਆਉਣੇ, ਉਹ ਸੁਭਾਵਿਕ ਨਹੀਂ ਹੈਗੇ। ਉਹਨਾਂ ਦਾ ਫੈਸਲਾ ਫਿਰ ਸਿਆਸਤ ਤੋਂ ਪ੍ਰੇਰਿਤ ਹੈ ਕਿਤੇ ਨਾ ਕਿਤੇ। ਦੇਖੋ ਹੁਣ ਤੁਸੀਂ ਵੀ ਤਾਂ ਸਮਝਦੇ ਆ, ਮੈਂ ਇਹੀ ਤਾਂ ਗੱਲ ਆ। ਜੇ 2015 ਵਿੱਚ ਬੇਅਦਬੀਆਂ ਹੋ ਜਾਣੀਆਂ ਅਤੇ ਫਕਰੇ ਕੌਮ ਵਾਲਿਆਂ ਨੂੰ ਆਵਾਜ਼ ਹੀ ਨਾ ਮਾਰਨੀ, ਸਾਰੀ ਕੌਮ ਕਲਪ ਕੇ, ਕਿਹੜਾ ਬੱਚਾ ਨਹੀਂ ਕਹਿੰਦਾ। ਮੈਂ ਤਾਂ ਪੰਜਾਬ ਸਰਕਾਰ 'ਤੇ ਵੀ ਸਵਾਲ ਚੁੱਕਦਾ ਵਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਡੇ ਧਰਨਿਆਂ ਵਿੱਚ, ਕਿਉਂਕਿ ਮੈਂ 12 ਅਕਤੂਬਰ 10 ਵਜੇ ਤੋਂ ਲੈ ਕੇ ਅੱਜ ਤੱਕ ਦਾ ਇੱਕ ਜੀਂਦਾ ਜਾਗਦਾ ਗਵਾਹ ਆ। ਹਾਂ ਠੀਕ ਆ ਕਿ ਮੈਂ ਮੀਡੀਆ ਮੂਹਰੇ ਬਹੁਤ ਘੱਟ ਗਿਆ ਇਸ ਮਾਮਲੇ 'ਚ। ਮੈਨੂੰ ਕਈ ਵਾਰ ਹੈਰਾਨੀ ਵੀ ਹੁੰਦੀ ਆ ਵੀ ਧਰਨਾ ਲਾਉਣ ਕੌਣ ਲੈ ਕੇ ਗਿਆ ਸੀ ਅਤੇ ਕਿੱਦਾਂ ਹੋਇਆ, ਕੀ ਹੋਇਆ, ਕਿਉਂਕਿ ਜਿਹੜਾ ਪਾਲਕੀ ਸਾਹਿਬ ਉੱਥੋਂ ਚੱਲਿਆ ਸੀ ਬਰਗਾੜੀ ਤੋਂ, ਉਹਨੂੰ ਚਲਾ ਕੇ ਮੈਂ ਲੈ ਕੇ ਗਿਆ ਸੀ। ਇੱਕ ਦਿਨ ਮੈਂ ਸੁਣ ਰਿਹਾ ਸੀਗਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, ਕਹਿੰਦੇ ਰੋਕਿਆ ਜਾ ਸਕਦਾ ਸੀ। 3 ਨਾਕੇ ਭੰਨ ਕੇ ਲੈ ਕੇ ਗਿਆ ਸੀ। 2 ਸਿੰਘ ਕਿਰਪਾਨਾਂ ਵਾਲੇ ਲਾਗੇ ਬੈਠੇ ਸੀ ਬਰਾਬਰ 'ਤੇ। ਪੁਲਿਸ ਨੇ ਪੂਰੀ ਕੋਸ਼ਿਸ਼ ਕੀਤੀ ਸੀ ਜਸਟਿਸ ਸਾਹਿਬ ਰੋਕਣ ਦੀ, ਪਰ ਸਿੰਘਾਂ ਦਾ ਰੋਹ ਨਹੀਂ ਸੀ ਰੋਕ ਸਕਿਆ। ਅਸੀਂ ਤਾਂ ਗਵਾਹ ਹਾਂ ਸਾਰੀ ਗੱਲ ਦੇ। ਪਰ ਸਾਡੇ ਉਹਨਾਂ ਧਰਨਿਆਂ ਵਿੱਚ ਆ ਕੇ ਲਾਹਾ ਲੈਣ ਵਾਸਤੇ ਮੁੱਖ ਮੰਤਰੀ ਸਾਹਿਬ ਅਤੇ ਇਹਨਾਂ ਦੀ ਟੀਮ ਕਹਿੰਦੀ ਹੁੰਦੀ ਸੀ, ਸਾਨੂੰ ਪਤਾ ਹੈ ਇਹਦੀਆਂ ਪੈੜਾਂ ਕਿੱਧਰ ਨੂੰ ਜਾਂਦੀਆਂ ਨੇ, ਇਹ ਬਠਿੰਡਿਓਂ ਹੋ ਕੇ ਪਰੇ ਨੂੰ ਜਾਂਦੀਆਂ ਨੇ। ਅੱਜ ਸਮਝੌਤਾ ਹੋ ਗਿਆ, ਹੁਣ ਪੈੜਾਂ ਜਾਣੋਂ ਹਟ ਗਈਆਂ, ਹੁਣ ਤੁਹਾਨੂੰ ਦਿਸਣੋਂ ਹਟ ਗਿਆ ਬੇਅਦਬੀ ਦੇ ਦੋਸ਼ੀ ਕੌਣ ਆ। ਇੱਥੇ ਤੇ ਹਵਾਮ ਵਿੱਚ ਸਾਰੇ ਨੰਗੇ ਹੋਏ ਆ। ਰੱਬ ਰੱਖਾ ਜੀ ਇਹਨਾਂ ਲੋਕਾਂ ਦਾ। ਇਹ ਤਾਂ ਆਪਦੀ ਕੁਰਸੀ ਥਿਆਉਣ ਵਾਸਤੇ ਮੈਨੂੰ ਲੱਗਦਾ ਕੁਛ ਰੱਬ ਨੂੰ ਵੀ ਵੇਚਣ ਵਾਲੀ ਗੱਲ ਆ ਇਹ। ਅੱਜ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਚੋਰੀ ਹੋ ਗਿਆ ਹੈਗਾ, ਦੁਰਲੱਭ ਸਰੂਪ। ਸਤਿਕਾਰ ਕਮੇਟੀ ਨੇ ਤਾਂ ਆਪਦਾ ਫਰਜ਼ ਨਿਭਾਉਂਦਿਆਂ ਹੋਇਆਂ ਸੰਭਾਲ ਕੇ ਰੱਖਿਆ ਸੀ, ਸਾਰਾ ਕੁਛ ਸੀ ਉਹਦੇ ਵਿੱਚ, ਤਰੁੱਟੀਆਂ ਸੀ, ਕੀ ਸੀ, ਉਹ ਸਭ ਕੁਛ ਕੌਮ ਦੇ ਸਾਹਮਣੇ ਆ। ਬਾ ਇੱਜ਼ਤ ਉਹ ਸੌਂਪ ਦਿੱਤਾ ਵੀ ਆਹ ਲਓ, ਲਿਆਓ। ਉਹ ਪਟਿਆਲੇ ਵਾਲਾ ਕਿੰਨੇ ਦਿਨ ਹੋ ਗਿਆ, 267 ਦੇ ਵੇਖਦੇ ਅੱਜ ਕੀ ਕਹਿੰਦੇ ਆ, ਹੈ ਨਾ, ਕੀ ਹੁੰਦਾ ਆ। ਇਹ ਤਾਂ ਫਿਰ ਦੇਖੋ ਜੀ ਵੀ 2 ਮੂੰਹਾਂ ਕਾਨੂੰਨ ਨਹੀਂ ਚੱਲਣਾ, ਆਪਣਿਆਂ ਲਈ ਹੋਰ, ਅਤੇ ਜਿਹੜੇ ਆਪਣਿਆਂ ਦਾ ਵਿਰੋਧ ਕਰਨ ਵਾਲੇ ਆ ਉਹਨਾਂ ਲਈ ਹੋਰ ਫੈਸਲੇ। ਇੱਦਾਂ ਨਹੀਂ ਹੋ ਸਕਦਾ। ਮਸਲਾ ਬਹੁਤ ਸੰਜੀਦਾ ਗੰਭੀਰ ਹੈ। ਮੈਂ ਸ਼ੁਰੂਆਤ ਦੇ ਵਿੱਚ ਕਹਿ ਦਿੱਤਾ ਸੀਗਾ, ਜਦੋਂ ਇਹਦੀਆਂ ਪਰਤਰਾਂ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਇਹਦੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਹੈ। ਅਤੇ ਕਈ ਵਾਰੀ ਇਸ ਪ੍ਰੋਗਰਾਮ ਦੇ ਸਮੇਂ ਦੇ ਵਿੱਚ, ਜਾਂ ਕਹਿ ਸਕਦੇ ਕਿ ਮੇਰੀ ਸਮਰੱਥਾ ਦੇ ਵਿੱਚ ਕੁਝ ਸੀਮਤਾਵਾਂ ਨੇ, ਕੁਝ ਹੱਦਾਂ ਨੇ, ਕੁਝ ਘਾਟਾਂ ਹੋ ਸਕਦੀਆਂ ਨੇ। ਇਸ ਕਰਕੇ ਬਹੁਤ ਵਿਸਥਾਰ ਦੇ ਵਿੱਚ ਅਖੀਰ ਤੱਕ ਗੱਲ ਨਹੀਂ ਕੀਤੀ ਜਾ ਸਕਦੀ ਕਿ ਅਸੀਂ ਹੱਲ ਵੀ ਕੋਈ ਕੱਢ ਸਕੀਏ ਇਸ ਗੱਲ ਦੇ ਵਿੱਚੋਂ। ਪਰ ਨੁਕਤੇ ਬਹੁਤ ਅਹਿਮ ਸੀਗੇ। ਚਰਚਾ ਇਸ ਵੇਲੇ ਸਿਖਰ 'ਤੇ ਚੱਲਦੀ ਪਈ ਹੈ। ਸਤਿਕਾਰ ਕਮੇਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਆ। ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੋਂ ਬਾਅਦ
ਸਤਿਕਾਰ ਕਮੇਟੀ ਦਾ ਭਵਿੱਖ ਕੀ ਹੋਏਗਾ, ਕਿੰਨਾ ਕੁ ਇਹਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਤਬਦੀਲੀਆਂ ਨਜ਼ਰ ਆ ਰਹੀਆਂ, ਭਵਿੱਖ 'ਚ ਨਜ਼ਰ ਆਉਣਗੀਆਂ, ਜਾਂ ਕੀ ਜੋ ਹੁਕਮ ਸੁਣਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬਿਆਨ ਦਿੱਤਾ ਗਿਆ ਉਹ ਸਾਰਥਕ ਹੈ, ਜਾਂ ਸਤਿਕਾਰ ਕਮੇਟੀ ਨੂੰ ਉਹਦੇ ਵਿੱਚ ਵੀ ਕੋਈ ਊਣਤਾਈ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਉਹਦੇ ਬਾਰੇ ਵਿਸਥਾਰ 'ਚ ਗੱਲਬਾਤ ਜ਼ਰੂਰ ਕੀਤੀ ਗਈ ਹੈ। ਸੁਖਜੀਤ ਸਿੰਘ ਖੋਸਾ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਕਿਉਂਕਿ ਕਹਿ ਸਕਦੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਈ ਵਾਰੀ ਆਪਣੀ ਸੰਸਥਾ ਨੂੰ ਬਚਾਉਣ ਦੇ ਲਈ ਲੋਕ ਲੁਕਾ ਛੁਪਾ ਕੇ ਵੀ ਕਰ ਜਾਂਦੇ ਆ, ਥੋੜ੍ਹਾ ਜਿਹਾ ਅੱਧੀਆਂ ਅਧੂਰੀਆਂ ਗੱਲਾਂ ਵੀ ਕਰ ਸਕਦੇ, ਤੁਸੀਂ ਉਹਨਾਂ ਦੇ ਤੋਂ ਵੀ ਪਰਦੇ ਚੱਕਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਇਹ ਬੇਬਾਕ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਇਹ ਜਿਹੜੀ ਸਾਡੀ ਆਵਾਜ਼ ਸੰਗਤ ਤੱਕ ਰੱਖੀ, ਅਤੇ ਉਸ ਅਕਾਲ ਪੁਰਖ ਦਾ ਮੈਂ ਧੰਨਵਾਦ ਹਾਂ ਜਿਹਨੇ ਮੈਨੂੰ ਸੱਚ ਬੋਲਣ ਦੀ ਤੌਫੀਕ ਦਿੱਤੀ ਆ, ਬਖਸ਼ਿਸ਼ ਕੀਤੀ ਆ। ਕਿਉਂਕਿ ਮੈਂ ਜੀਵਾਂ ਪੰਥ ਉਜੜੇ ਇਹ ਨਾ ਹੋਵੇ, ਪੰਥ ਵਸੇ ਮੈਂ ਉਜੜਾਂ, ਇਹਦੇ 'ਤੇ ਮੈਨੂੰ ਮੇਰਾ ਬਾਪੂ ਗੁਰੂ ਪਾਤਸ਼ਾਹ ਚੱਲਣ ਦੀ ਸਮਰੱਥਾ ਬਖਸ਼ੇ। 1% ਸੇਵਾ ਹੁੰਦੀ ਆ, 2% ਸੇਵਾ ਹੁੰਦੀ, ਕਿੰਨੀ ਕਰਾਉਂਦਾ ਇਹ ਗੁਰੂ ਦੇ ਹੱਥ ਵਿੱਚ ਆ। ਅਤੇ ਜਾਂਦੇ ਜਾਂਦੇ ਮੈਂ ਇੱਕ ਜ਼ਰੂਰ ਗੱਲ ਕਹਿਣੀ ਆ ਗੁਰੂ ਸਾਹਿਬ ਦੇ ਸੰਬੰਧ ਵਿੱਚ, ਕਿ ਇੱਕ ਚੈਨਲਾਂ ਰਾਹੀਂ ਤੁਹਾਡੇ ਸਵਾਲ ਆ ਕਿ ਸ਼੍ਰੋਮਣੀ ਕਮੇਟੀ ਅੰਕੜਾ ਜਾਰੀ ਕਰੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਪਿੰਡਾਂ ਵਿੱਚ ਉਹਨਾਂ ਦੀ ਗਿਣਤੀ ਕਿੰਨੀ ਆ। ਟੋਟਲ ਪੰਜਾਬ ਦੇ 13,000 ਜੋ ਵੀ ਪਿੰਡ ਹੈਗੇ ਆ ਉਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗਿਣਤੀ ਕਿੰਨੀ ਆ, ਕਿਹਦੇ ਕੋਲ ਕਿੰਨੇ ਆ। ਮੈਂ ਡੇਰਿਆਂ ਉੱਤੇ ਵੀ ਗਿਣਵਾ ਸਕਦਾ ਕਿ ਕਿੱਥੇ ਕਿੱਥੇ ਕੀ ਹੈਗਾ। ਇੱਕ ਬਰਸੀ ਮਨਾਉਣ ਵਾਸਤੇ ਸਾਧ ਬਾਬੇ ਦੀ 80 ਸਰੂਪ, 100 ਸਰੂਪ, 45 ਸਰੂਪ, 50 ਸਰੂਪ। ਅਤੇ ਜਿਹੜੇ ਇਲਜ਼ਾਮ ਸਾਡੇ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਜਿੱਥੇ 50 ਸਰੂਪ ਜਾਂ 55 ਸਰੂਪ ਆ, ਕੀ ਉਹਨਾਂ ਦੀ ਸੇਵਾ ਸੰਭਾਲਾ, ਕੀ ਰੱਖ ਰਖਾਓ ਆ, ਉੱਲੀਆਂ ਤੱਕ ਵੀ ਲੱਗ ਜਾਂਦੀਆਂ ਬੇਪਰਬੰਧਿਆਂ ਕੋਲ। ਉਹ ਕਿਤੇ ਨਾ ਕਿਤੇ ਅੱਜ ਉਹਨਾਂ ਦੀ ਸੇਵਾ ਸੰਭਾਲ ਦੀ ਬਹੁਤ ਵੱਡੀ ਲੋੜ ਆ, ਬਹੁਤ ਵੱਡੇ ਸਵਾਲ ਆ। ਕਿਉਂਕਿ ਜਿਹੜੇ ਅੱਜ ਦੌਰ ਚੱਲ ਰਿਹਾ ਇਹ ਸਾਰੇ ਜਿੰਨੇ ਮੈਂ ਇਹ 2 ਪੁਆਇੰਟ ਬਾਅਦ ਵਿੱਚ ਉਠਾਏ ਆ, ਇਹ ਇੱਕ ਬੜਾ ਵੱਡਾ ਮੁੱਦਾ ਹੈਗਾ ਕਿ 80 ਸਰੂਪ, 100 ਸਰੂਪ, 50 45 ਸਰੂਪ ਇੱਕ ਪਿੰਡ ਵਿੱਚ ਸਿਰਫ ਇੱਕ ਬਰਸੀ ਜਾਂ ਇੱਕ ਮੇਲਾ ਮਨਾਉਣ ਵਾਸਤੇ ਉਹਨਾਂ ਨੂੰ ਸਾਰਾ ਸਾਲ ਪ੍ਰਕਾਸ਼ ਵੀ ਨਹੀਂ ਕੀਤਾ ਜਾਂਦਾ। ਉਹ ਇੱਕ ਬੜਾ ਵੱਡਾ ਸਵਾਲ ਹੈਗਾ। ਉਹਦੇ ਵਾਸਤੇ ਕਦੋਂ ਉਦਮ ਹੋਣਗੇ, ਕਦੋਂ ਉਪਰਾਲੇ ਹੋਣਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਕੁੱਲ ਮਿਲਾ ਕੇ ਵੀ ਕਹਿ ਸਕਦੇ ਹਾਂ ਕਿ ਜਿੱਥੇ ਜਾ ਕੇ ਗੱਲ ਸ਼ੁਰੂ ਹੋਈ ਸੀ, ਸਵਾਲ ਤੋਂ ਗੱਲ ਸ਼ੁਰੂ ਹੋਈ, ਅਖੀਰ ਖ਼ਤਮ ਵੀ ਸਵਾਲ 'ਤੇ ਹੁੰਦੀ ਆ। ਔਰ ਇਹ ਸਵਾਲ ਇਹੋ ਜਿਹਾ ਜਿਹਦੇ ਸਵਾਲ ਦੇ ਜਵਾਬ ਦੇ ਵਿੱਚ ਜਵਾਬ ਘੱਟ ਮਿਲਦੇ ਆ, ਪਰ ਅੱਗੇ ਸਵਾਲ ਦੇ ਅੱਗੇ ਸੈਂਕੜੇ ਸਵਾਲ ਜ਼ਰੂਰ ਖੜ੍ਹੇ ਹੋ ਜਾਂਦੇ ਆ। ਜਵਾਬ ਕਦੋਂ ਮਿਲਦੇ ਆ, ਕਿੰਜ ਮਿਲਦੇ ਆ, ਕਿਹਦੇ ਵੱਲੋਂ ਮਿਲਦੇ ਆ, ਇਹ ਫਿਲਹਾਲ ਅਜੇ ਭਵਿੱਖ ਦੀ ਗੋਦ ਦੇ ਵਿੱਚ ਕਿਹਾ ਜਾ ਸਕਦਾ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, TV ਪੰਜਾਬ, ਲੋਹੀਆਂ ਖਾਸ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।